एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरु जी का खालसा वाहिगुरु जी की फतेह। हवाए बंदगी अवर दर वजूद मरा वगरना जौके चुनी आमदन नमूद मरा। तन तन गुरु गोबिंद सिंह साहिब सच्चे पातशाह नदर करनी हजूर। तन गुरु नानक साहब पातशाह, तन तन गुरु ग्रंथ साहब जी। वाहिगुरु जी का खालसा वाहिगुरु जी की फतेह। ਅਸੀਂ ਆਸਾ ਦੀ ਵਾਰ ਦੀ ਬਾਣੀ ਦੇ ਦਰਸ਼ਨ ਕੁਝ ਚਿਰ ਤੋਂ ਕਰ ਰਹੇ ਹਾਂ। ਅੱਜ ਅਸੀਂ 17ਵੀਂ ਪੌੜੀ ਦੀ ਵਿਚਾਰ ਸਾਂਝੀ ਕਰਨੀ ਹੈ। ਸ਼ਬਦ ਦਾ ਵਿਚਾਰ ਗੁਰੂ ਦੇ ਦਰਸ਼ਨਾਂ ਦੀ ਇੱਕ ਵਿਧੀ ਹੈ। ਸ਼ਬਦ ਨਾਲ ਮਨ ਨੂੰ ਸਾਂਝਾ ਕਰਨਾ, ਇਕਾਗਰ ਕਰਨਾ, ਮਨ ਨੂੰ ਚੂਰ ਕਰਨਾ, ਮਨ ਨੂੰ ਖਤਮ ਕਰਨ ਦੀ ਇੱਕ ਵਿਧੀ ਹੈ। ਸ਼ਬਦ ਹਉਮੈ ਨੂੰ ਮਾਰਦਾ ਹੈ, ਹਉਮੈ ਸ਼ਬਦ ਜਲਾਏ। ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਦੇ ਦਰਸ਼ਨ ਕਰਦੇ ਸਾਡੇ ਮਨ ਵਿੱਚ ਉਹਨਾਂ ਦੇ ਵਿਚਾਰਾਂ ਦਾ ਪ੍ਰਤੀਬਿੰਬ ਪੈਂਦਾ ਹੈ। ਸਾਨੂੰ ਉਹਨਾਂ ਦੇ ਦਰਸ਼ਨ ਪ੍ਰਗਟ ਹੁੰਦੇ ਹਨ ਔਰ ਉਹਨਾਂ ਦੇ ਵਿਚਾਰਾਂ ਨਾਲ ਅਸੀਂ ਆਪਣੇ ਮਨ ਨੂੰ ਸ਼ੁੱਧ ਕਰਨ ਦਾ ਯਤਨ ਕਰਦੇ ਹਾਂ। ਮਨ ਨੂੰ ਨਿਰਮਲ ਕਰਨਾ ਹੀ ਮਨ ਦਾ ਤੀਰਥ ਹੈ। ਮਨ ਨੂੰ ਗੁਰੂ ਨਾਲ ਜੋੜ ਦੇਣਾ, ਗੁਰੂ ਦੀ ਬਾਣੀ ਨਾਲ ਜੋੜ ਲੈਣਾ, ਮਨ ਨੂੰ ਜਿੱਤਣ ਦੀ ਵਿਧੀ ਹੈ। ਗੁਰੂ ਦਾ ਪ੍ਰੇਮ ਭਾਵਨਾ ਗੁਰੂ ਦੀ ਬਾਣੀ ਨਾਲ ਮਨ ਨੂੰ ਸਾਂਝਾ ਕਰਨ ਤੋਂ ਹੀ ਉੱਠਦੀ ਹੈ। ਅੱਜ ਦੀ ਇਸ 17ਵੀਂ ਪੌੜੀ ਵਿੱਚ ਮਹਾਰਾਜ ਸਾਨੂੰ ਸਮਝਾਣਗੇ ਕਿ ਕਿਵੇਂ ਧਰਮ ਵਿੱਚ ਵੀ ਧੋਖਾ ਹੈ। ਧਰਮ ਦੇ ਵਪਾਰ ਇੱਕ ਇਹੋ ਜਿਹਾ ਵਣਜ ਹੈ ਜਿਹੜਾ ਡਿਫਾਈਨਡ ਨਹੀਂ ਹੈ। ਅਸੀਂ ਕਿਸੇ ਜਨ ਨੂੰ ਗੁਰੂ ਮੰਨ ਲਈਏ, ਸਾਨੂੰ ਨਹੀਂ ਪਤਾ ਹੈ ਕਿ ਗੁਰੂ ਦੇ ਲੱਛਣ ਕੀ ਹਨ। ਔਰ ਜਿਸ ਮਨ ਨੇ ਉਸ ਗੁਰੂ ਨੂੰ ਮਿਲਣਾ ਹੈ ਉਹ ਮਨ ਵੀ ਹਨੇਰੇ ਵਿੱਚ ਹੈ। ਤਾਂ ਜ਼ਿਆਦਾਤਰ ਅਸੀਂ ਧੋਖੇ ਵਿੱਚ ਹੀ ਰਵਾਂਗੇ। ਜੀਵਨ ਵਿੱਚ ਮੌਤ ਦਾ ਡਰ ਇੱਕ ਮੇਜਰ ਸਟਿਮੂਲੇਸ਼ਨ ਹੈ। ਪੂਰੀ ਦੀ ਪੂਰੀ ਸੋਸਾਇਟੀਜ਼ ਮੌਤ ਦੇ ਡਰ ਤੋਂ ਹੀ ਵਿਆਕੁਲ ਹੋ ਕਰ ਆਪਣਾ ਰਾਹ ਲੱਭਣ ਦਾ ਯਤਨ ਕਰਦੀਆਂ ਹਨ। ਔਰ ਮ੍ਰਿਤਿੂ ਇੱਕ ਇਹੋ ਜਿਹੀ ਗੱਲ ਹੈ ਜਿਹਦਾ ਅਸੀਂ ਸਾਹਮਣਾ ਕਰਨਾ ਨਹੀਂ ਚਾਹੁੰਦੇ। ਇਹਦੇ 'ਚ ਪੜ੍ਹੇ ਲਿਖੇ ਵੀ ਹਨ, ਅਨਪੜ੍ਹ ਵੀ ਹਨ, ਸਿਆਣੇ ਵੀ ਹਨ, ਮੂਰਖ ਵੀ ਹਨ, ਸਮਰੱਥ ਵੀ ਹਨ, ਅਸਮਰੱਥ ਵੀ ਹਨ। ਸਭ ਤਰ੍ਹਾਂ ਦੇ ਲੋਕ ਇਹੋ ਜਿਹੇ ਧੋਖੇ ਵਿੱਚ ਫਸੇ ਹਨ। ਜੀਵਨ ਵਿੱਚ ਮ੍ਰਿਤਿੂ ਦੇ ਡਰ ਤੋਂ ਅੱਜ ਕੱਲ੍ਹ LIC ਵੀ ਪਾਲਿਸੀ ਵੇਚਦਾ ਹੈ। ਅਸੀਂ ਲੋਕ ਔਰ ਤੁਸੀਂ ਲੋਕ ਹੀ ਖਰੀਦਦੇ ਹਾਂ। ਉਹ ਵੀ ਇਹੀ ਕਹਿੰਦੇ ਹਨ ਕਿ ਇਹ ਪਾਲਿਸੀ ਖਰੀਦ ਲਓ ਤਾਂ ਫਿਰ ਮ੍ਰਿਤਿੂ ਦਾ ਕੋਈ ਡਰ ਨਹੀਂ ਰਹਿ ਗਿਆ।
ਔਰ ਇਹ ਜ਼ੋਰ ਜ਼ੋਰ ਦੀ ਵਿਗਿਆਪਨ ਟੀਵੀ ਦੇ ਵਿੱਚ ਵੱਜਦਾ ਹੈ। ਵਿਚਾਰਨ ਵਾਲੀ ਗੱਲ ਹੈ, ਇਹ ਕਿਸ ਨੂੰ ਐਡਰੈਸ ਕਰ ਰਹੇ ਹਨ? ਮੇਰੇ ਭੈ ਨੂੰ ਜਾਂ ਮ੍ਰਿਤਿੂ ਨੂੰ? ਤਾਂ ਮੇਰੇ ਭੈ ਕਰਕੇ ਹੀ ਮੈਂ ਕਮਜ਼ੋਰ ਹਾਂ, ਅੰਨਾ ਹਾਂ, ਵਿਆਕੁਲ ਹਾਂ, ਪਰੇਸ਼ਾਨ ਹਾਂ। ਔਰ ਇਹਦੇ ਵਿੱਚ ਕਈ ਲੋਕ ਫਿਰ ਫਾਇਦਾ ਉਠਾਉਣ ਆ ਜਾਂਦੇ ਹਨ। ਅੱਜ ਗੁਰੂ ਕੁਝ ਇਹੋ ਜਿਹੀ ਗੱਲ ਸਾਨੂੰ ਸਮਝਾਏਗਾ ਕਿ ਜੀਵਨ ਵਿੱਚ ਕਿਹੜੇ ਨਸ਼ੇ ਨਾਲ ਜੀਵਨ ਗਰਕ ਜਿਹਾ ਹੋ ਜਾਂਦਾ ਹੈ, ਰਾਖ ਬਣ ਜਾਂਦਾ ਹੈ, ਰਾਹ ਤੋਂ ਭਟਕ ਜਾਂਦਾ ਹੈ। ਔਰ ਇਹ ਸੌਦਾ ਧੋਖੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਅਸੀਂ ਉਹ ਸੁਣਨਾ ਨਹੀਂ ਚਾਹੁੰਦੇ ਜਿਸ ਤੋਂ ਸੋਚਣਾ ਪਏ, ਕਰਨਾ ਪਏ, ਜਿਹਦੇ ਸਾਹਮਣਾ ਕਰਕੇ ਜੀਵਨ ਤਬਦੀਲ ਕਰਨਾ ਪਏ, ਮਨ ਨੂੰ ਵੇਚਣਾ ਪਏ। ਅਸੀਂ ਮੈਨੂੰ ਬਚਾਉਣ 'ਚ ਬੜੇ ਸ਼ਾਤਿਰ ਹਾਂ, ਤਾਂ ਗੁਰੂ ਵੀ ਇਸ ਨੂੰ ਸਾਨੂੰ ਸਮਝਾ ਚੁੱਕੇ ਹਨ ਕਿ ਘੋੜ ਦਾ ਲਾਲਚ ਕਰਦਾ ਹੈ ਇਨਸਾਨ, ਔਰ ਮਨ ਨੂੰ ਬਚਾਉਣਾ ਚਾਹੁੰਦਾ ਹੈ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੂਟੇ ਤਿਲ ਬੁਆੜ ਜੋ ਸੁੰਝੇ ਅੰਦਰ ਖੇਤ। ਆਰੰਭ ਵਿੱਚ ਹੀ ਗੁਰੂ ਨੇ ਸਾਨੂੰ ਆਦੇਸ਼ ਕਰ ਦਿੱਤਾ ਹੈ ਕਿ ਜੀਵਨ ਵਿੱਚ ਸਭ ਤੋਂ ਵੱਡਾ ਧੋਖਾ ਮੇਰੇ ਮਨ ਦੇ ਵਿੱਚ ਹੀ ਵਸ ਰਿਹਾ ਹੈ। ਬਹੁਤ ਨੁਕਸਾਨ ਇਨਸਾਨ ਨੂੰ ਦਿਖਦਾ ਹੈ। ਪੈਸੇ ਦਾ ਨੁਕਸਾਨ ਹੋ ਸਕਦਾ ਹੈ, ਸੋਸਾਇਟੀ ਵਿੱਚ ਸਟੇਟਸ ਦਾ ਨੁਕਸਾਨ ਹੋ ਸਕਦਾ ਹੈ, ਕਿਸੇ ਨਾਲ ਅਸੀਂ ਕੁਝ ਖੇਡੀਏ ਉਹਦੇ ਵਿੱਚ ਹਾਰ ਜਿੱਤ ਦਾ ਨੁਕਸਾਨ ਹੋ ਸਕਦਾ ਹੈ। ਹੋਰ ਕਈ ਤਰ੍ਹਾਂ ਦੇ ਨੁਕਸਾਨ ਜੀਵਨ ਵਿੱਚ ਹਨ, ਪਰ ਉਹਨਾਂ ਸਭ ਕਾਰਨਾਂ ਕਰਕੇ ਜੀਵਨ ਰਾਖ ਨਹੀਂ ਹੁੰਦਾ। ਸਭ ਤੋਂ ਵੱਡਾ ਵਪਾਰ ਮੇਰੇ ਮਨ ਵਿੱਚ ਵਰਤ ਰਿਹਾ ਹੈ। ਇੱਕ ਜੂਆ ਚੱਲ ਰਿਹਾ ਹੈ, ਔਰ ਉਸ ਜੂਏ ਵਿੱਚ ਅਗਰ ਮੈਂ ਸੱਤ ਨੂੰ ਜਾਣੇ ਬਿਨਾਂ ਜੀਵਨ ਨੂੰ ਜੀ ਲਿਆ ਤਾਂ ਉਹ ਜੂਏ ਵਿੱਚ ਮੈਂ ਹਾਰ ਕੇ ਜਾਵਾਂਗਾ। ਬਾਰ-ਬਾਰ ਗੁਰੂ ਸਾਨੂੰ ਹਾਰਨ ਦਾ ਸੁਨੇਹਾ ਦਿੰਦੇ ਹਨ। ਆਓ ਗੁਰੂ ਨਾਨਕ ਸਾਹਿਬ ਦੀ ਇਸ ਪਦੇ ਨੂੰ, ਇਸ ਪੌੜੀ ਨੂੰ, ਇਹਦੇ ਵਿੱਚ ਸ਼ਾਇਦ 2 ਸ਼ਲੋਕ ਹਨ, ਇਹਨੂੰ ਵਿਚਾਰੀਏ, ਸਮਝੀਏ। ਜੀਵਨ ਤੋਂ ਪਾਰ ਕਿਵੇਂ ਜਾਣਾ ਹੈ, ਔਰ ਜੀਵਨ ਵਿੱਚ ਅਸੀਂ ਕੀ ਧੋਖਾ ਕਮਾ ਰਹੇ ਹਾਂ। ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹ ਦੇਣ, ਫਿਰ ਮਹਾਰਾਜ ਦੇ ਦਰਸ਼ਨਾਂ ਵਿੱਚ ਅਸੀਂ ਅੱਗੇ ਚੱਲਦੇ ਹਾਂ। ਵਾਹਿਗੁਰੂ ਜੀ ਧੰਨਵਾਦ। ਸ਼ਲੋਕ ਪਹਿਲਾ ਪਹਿਲਾ। ਜੇ ਮੁਹਾਕਾ ਕਰ ਮੁਹੈ, ਕਰ ਮੁਹੈ ਪਿਤਰੀ ਦੇ, ਅੱਗੇ ਵਸਤ ਸੰਜਾਣੀਐ, ਪਿਤਰੀ ਚੋਰ ਕਰੇ, ਵਟੀਏ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੈ, ਜੇ ਖੱਟੇ ਕਾਲੇ ਤੇ। ਮਹਿਲਾ ਪਹਿਲਾ। ਜੋ ਜੋਰੂ ਸਿਰ ਨਾਵਣੀ, ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੈ, ਨਿਤ ਨਿਤ ਹੋਏ ਖੁਆਰ, ਸੂਚੇ ਇਹ ਨ ਆਖੀਐ, ਬੈਨ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ, ਜਿਨ ਮਨ ਵਸਿਆ ਸੋਏ। ਪੌੜੀ। ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ, ਕੋਠੇ ਮੰਡਪ ਮਾਣੀਆਂ,
ਲਾਏ ਬੈਠੇ ਕਰ ਪਾਸਾਰਿਆ, ਚੀਜ਼ ਕਰਨ ਮਨ ਪਾਉਂਦੇ, ਹਰ ਪੁੱਜਨ ਨਾਹੀ ਹਾਰਿਆ, ਕਰ ਫਰਮਾਇਸ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋ ਬਨਹਾਰਿਆ, ਜਰ ਆਈ ਜੋ ਬਨਹਾਰਿਆ। ਜੀ ਧੰਨਵਾਦ ਭਾਈ ਸਾਹਿਬ, ਬਹੁਤ ਮਿਹਰਬਾਨ। ਗੁਰੂ ਦੇ ਰਾਹ, ਗੁਰੂ ਦੀ ਬਾਣੀ ਵਿਚਾਰਦੇ ਜੀਵਨ ਦਾ ਕੁਝ ਰਾਹ ਸਮਝ ਆਉਂਦਾ ਹੈ। ਨਿਸ਼ਾਨ ਦੁਨੀਆ ਵਿੱਚ ਕੌਣ ਛੱਡ ਗਏ ਹਨ? ਜਿਨ੍ਹਾਂ ਨੂੰ ਕਰਮ ਹੈ, ਨਦਰ ਹੈ। ਬਾਣੀ ਸਾਨੂੰ ਦੱਸਦੀ ਹੈ ਕਰਮ ਸੱਚਾ ਨਿਸ਼ਾਨ। ਉਸ ਨਿਰੰਕਾਰ ਦੀ ਨਦਰ ਹੋਏ ਤਾਂ ਅਸੀਂ ਸੱਚ ਨੂੰ ਮਿਲ ਸਕਦੇ ਹਾਂ। ਉਸ ਸੱਚ ਨੂੰ ਮਿਲਣ ਲਈ ਕਈ ਧੋਖੇ ਹਨ। ਕਈ ਜਗ੍ਹਾ ਅਸੀਂ ਗੁੰਮ ਹੋ ਜਾਂਦੇ ਹਾਂ। ਔਰ ਅੱਜ ਕੱਲ ਦਾ ਜੀਵਨ ਵੈਸੇ ਵੀ ਇਤਨਾ ਕੰਪਲਿਕੇਟਡ ਹੋ ਗਿਆ ਕਿ ਬੜੇ ਆਸਾਨੀ ਨਾਲ ਇਸ ਦੀ ਉਲਝਣ ਸਾਨੂੰ ਸਾਰੇ ਜੀਵਨ ਦੀ એનર્ਜੀ ਨੂੰ ਖਤਮ ਕਰ ਸਕਦੀ ਹੈ। ਇਸ ਤੋਂ ਸਮੇਂ ਕੱਢਣਾ, ਸਮੇਂ ਕੱਢ ਕੇ ਸੱਚ ਨੂੰ ਲੱਭਣ ਵੱਲ ਜਾਣਾ ਔਰ ਸੱਚ ਦਾ ਰਾਹ ਲੱਭ ਲੈਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਮੁਸ਼ਕਿਲ ਸਾਹਮਣੇ ਰੱਖਦਾ ਹੈ। ਹੈਲਪਲੈਸ ਹੋਇਆ ਇਨਸਾਨ ਗੁਰੂ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਕੋਈ ਸਰੀਰ ਮਿਲ ਜਾਏ ਜਿਸ ਨੂੰ ਗੁਰੂ ਕਹਿ ਸਕੀਏ, ਸਭ ਤੋਂ ਸੌਖਾ ਲੱਗਦਾ ਹੈ। ਬਸ ਕਿਸੇ ਅੱਗੇ ਗਿੜਗਿੜਾਉਂਦੇ ਰਹੀਏ ਤੇ ਗੱਲਾਂ ਪੂਰੀਆਂ ਹੁੰਦੀਆਂ ਰਹਿਣ। ਇਸ ਤਰ੍ਹਾਂ ਦੀ ਕੋਈ ਗੱਲ ਸਾਡੇ ਆਲੇ ਦੁਆਲੇ ਰੋਜ਼ ਵਰਤ ਰਹੀ ਹੈ। ਜੀਵਨ ਵਿੱਚ ਕੀ ਸੱਚ ਹੈ, ਕੀ ਝੂਠ ਹੈ, ਕਿਸ ਤਰ੍ਹਾਂ ਜੀਣਾ ਹੈ, ਇਹਦੇ ਬਾਰੇ ਸਭ ਹੀ ਕਨਫਿਊਜ਼ ਲੱਗਦੇ ਹਨ। ਔਰ ਅਗਰ ਵਿਚਾਰਵਾਨ, ਪੜ੍ਹੇ ਲਿਖੇ, ਸੂਝਵਾਨ ਲੋਕਾਂ ਵਿੱਚ ਵੀ ਮ੍ਰਿਤਿੂ ਦੀ ਗੱਲ ਚਲਾਓ ਅੱਜ, ਤਾਂ ਬੜੀ ਜਲਦੀ ਬੋਲਣ ਨੂੰ ਕੁਝ ਰਹਿੰਦਾ ਨਹੀਂ ਹੈ। ਜੋ ਚੀਜ਼ ਮੈਨੂੰ ਪੈ ਦਿੰਦੀ ਹੈ ਮੈਂ ਉਸ ਨੂੰ ਅਵੋਇਡ ਕਰਨਾ ਚਾਹੁੰਦਾ ਹਾਂ। ਦਰਅਸਲ ਦੁੱਖ ਨੂੰ ਔਰ ਦਰਦ ਨੂੰ ਮੈਂ ਅਵੋਇਡ ਕਰਨਾ ਚਾਹੁੰਦਾ ਹਾਂ। ਔਰ ਮੇਰੀ ਜੀਵਨ ਦੀ ਪੂਰੀ ਪ੍ਰਕਿਰਿਆ, ਪੂਰੀ ਕ੍ਰੀਏਸ਼ਨ, ਪੂਰੀ ਥਾਟ ਪ੍ਰੋਸੈਸ ਐਸੇ ਸੀਕਿੰਗ ਵਿੱਚ ਹੈ ਕਿ ਦਰਦ ਔਰ ਦੁੱਖ ਮੇਰੇ ਜੀਵਨ ਵਿੱਚ ਨਾ ਆਏ। ਮੈਂ ਪੇਨ ਨੂੰ ਅਵੋਇਡ ਕਰਦਾ ਹਾਂ। ਔਰ ਇਹ ਹਰ ਜਗ੍ਹਾ, ਹਰ ਘੜੀ ਮੇਰੇ ਸਾਹਮਣੇ ਐਟੀਟਿਊਡ ਮੇਰੇ ਨਾਲ ਚੱਲਦਾ ਹੈ। ਇਹੀ ਕਾਰਨ ਹੈ ਕਿ ਅਸੀਂ ਮੌਤ ਨੂੰ ਜਾਣਦੇ ਨਹੀਂ ਹਾਂ ਮੌਤ ਕੀ ਹੈ। ਕਿਉਂਕਿ ਜਦੋਂ ਮੌਤ ਆਉਂਦੀ ਹੈ ਉਸ ਵੇਲੇ ਅਸੀਂ ਇਤਨੇ ਭੈਭੀਤ ਹੋ ਜਾਂਦੇ ਹਾਂ ਕਿ ਉਸ ਦੇ ਦਰਸ਼ਨ ਨਹੀਂ ਕਰਦੇ। ਇੱਕ ਬੜਾ ਪੇਨਫੁਲ ਪ੍ਰੋਸੈਸ ਹੈ ਸਾਡੇ ਲਈ। ਈਗੋ ਔਰ ਹੰਕਾਰ ਔਰ ਹਉਮੈ ਤੋਂ ਪਰੇ ਜਾਣਾ ਜਾਂ ਤਾਂ ਜੀਵਨ ਦੇ ਜਿੰਦੇ ਜੀ ਹੋ ਜਾਏ, ਨਹੀਂ ਤਾਂ ਮੌਤ ਵੇਲੇ ਇੱਕ ਕੋਮਾ ਜਿਹਾ ਜੀਵਨ ਵਿੱਚ ਆ ਜਾਂਦਾ ਹੈ। ਮੌਤ ਵਰਤ ਜਾਂਦੀ ਹੈ ਔਰ ਸਾਨੂੰ ਪਤਾ ਨਹੀਂ ਰਹਿੰਦਾ ਕਿ ਮ੍ਰਿਤਿੂ ਵਿੱਚ ਹੋਇਆ ਕੀ। ਬਾਹਰ ਚਲੇ ਜਾਂਦੇ ਹਾਂ ਔਰ ਪਿੱਛੇ ਕੀ ਹੋਇਆ ਉਸ ਨੂੰ ਜਾਣਦੇ ਨਹੀਂ ਹਾਂ। ਔਰ ਮ੍ਰਿਤਿੂ ਨੂੰ ਨਾ ਜਾਣਨ ਕਰਕੇ ਅਸੀਂ ਫਿਰ ਬਾਰ-ਬਾਰ ਜਨਮ ਔਰ ਮ੍ਰਿਤਿੂ ਦੇ ਗੇੜ ਵਿੱਚ ਹੀ ਚੱਲਦੇ ਰਹਿੰਦੇ ਹਾਂ। ਕਿਉਂਕਿ ਜਦ ਅਸੀਂ ਜਾਣਿਆ ਨਹੀਂ ਕਿ ਮ੍ਰਿਤਿੂ ਨਹੀਂ ਹੈ ਤਾਂ ਫਿਰ ਅਸੀਂ ਉਸ ਹੀ ਐਟੀਟਿਊਡ ਵਿੱਚ ਜੀਂਦੇ ਹਾਂ ਕਿ ਮ੍ਰਿਤਿੂ ਹੈ। ਭਗਤ ਕਬੀਰ ਇਸ ਗੱਲ ਨੂੰ ਬੜੀ ਪਿਆਰੀ ਤਰ੍ਹਾਂ ਸਮਝਾਉਂਦੇ ਹਨ।
मरता मरता जग मुआ, मर भी ना जाने कोई। ऐसी मरनी जो मरे बहुर ना मरना होए। मौत ਤਾਂ ਸਭ ਤਾਂ ਮਰਤਾ ਰਹੇ ਹਾਂ ਅਸੀਂ, ਸਭ ਨੇ ਮਰਨਾ ਵੀ ਹੈ ਇੱਕ ਦਿਨ, ਪਰ ਅਸੀਂ ਜਾਣਦੇ ਨਹੀਂ ਹਾਂ ਮ੍ਰਿਤਿੂ ਕੀ ਹੈ। ਪਰ ਜਿਸਨੇ ਜਾਣ ਲਿਆ ਮ੍ਰਿਤਿੂ ਕੀ ਹੈ, ਉਹ ਫਿਰ ਮੌਤ ਦੇ ਵਿੱਚ ਨਹੀਂ, ਗੇੜੇ ਦੇ ਵਿੱਚ ਦੁਬਾਰਾ ਮ੍ਰਿਤਿੂ ਦੇ ਵਿੱਚ ਨਹੀਂ ਆਉਂਦਾ। ਮ੍ਰਿਤਿੂ ਦੇ ਵਿੱਚ ਮਰੇਗਾ ਕੀ? ਅਸੀਂ ਸਾਰੇ ਲੋਕ ਇੱਕ ਮਿਥ ਵਿੱਚ ਜੀਂਦੇ ਹਾਂ ਕਿ ਆਤਮਾ ਇੱਕ ਚੀਜ਼ ਹੈ, ਅਸੀਂ ਉਹਨੂੰ ਜਾਣਦੇ ਨਹੀਂ ਹਾਂ, ਬਸ ਇੱਕ ਇਮੇਜਿਨੇਸ਼ਨ ਹੈ ਕਿ ਆਤਮਾ ਹੈ। ਉਹ ਕੀ ਹੈ, ਕਿੱਥੇ ਹੈ, ਕਦੋਂ ਹੈ, ਉਹ ਸਾਡੇ ਨਾਲ ਹੈ, ਪਰ ਅਸੀਂ ਜਾਣਦੇ ਨਹੀਂ ਹਾਂ ਉਸ ਨੂੰ। ਕਿਵੇਂ ਉਹਨੂੰ ਮਿਲਣਾ ਹੈ, ਕਿਵੇਂ ਉਹਨੂੰ ਜਾਣਨਾ ਹੈ, ਉਹ ਵੀ ਨਹੀਂ ਜਾਣਦੇ ਹਾਂ। ਗੁਰਬਾਣੀ ਸਾਨੂੰ ਦੱਸਦੀ ਹੈ ਕਿ ਆਤਮਾ ਦੇ ਵਿੱਚ ਇੱਕ ਰਸ ਹੈ, ਆਤਮ ਰਸ, ਉਸ ਨੂੰ ਵੀ ਨਹੀਂ ਜਾਣਦੇ ਹਾਂ। ਤਾਂ ਭਗਤੀ ਨਹੀਂ ਹੋ ਪਾਉਂਦੀ ਫਿਰ, ਕਿਉਂਕਿ ਭਗਤੀ ਤਾਂ ਆਤਮ ਦੇ ਰਸ ਵਿੱਚ ਹੀ ਹੋ ਸਕਦੀ ਹੈ। ਕੱਲ ਗੁਰੂ ਅਰਜਨ ਸਾਹਿਬ ਦੀ ਇੱਕ ਨਿਰਾਲੀ ਭਦੇ ਦੇ ਦਰਸ਼ਨ ਕੀਤੇ। ਮਹਾਰਾਜ ਕਹਿੰਦੇ ਹਨ, ਆਤਮ ਕੇ ਚਾਏ, ਭਗਤੀ ਕਰਨੀ ਹੈ ਆਤਮ ਦੇ ਚਾਹ ਵਿੱਚ, ਆਤਮਾ ਦੇ ਰਸ ਵਿੱਚ। ਮਹਾਰਾਜ ਕਿੱਥੇ ਹੈ? ਆਤਮਾ ਦੇ ਦਰਸ਼ਨ ਤਾਂ ਹੋ ਜਾਣ, ਕਦੇ ਹੋ ਸਕਦੇ ਹਨ। ਅਸੀਂ ਇਸ ਗੱਲ ਨੂੰ ਮੰਨੀਏ ਕਿ ਨਾ ਮੰਨੀਏ, ਮੈਨੂੰ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਆਤਮਾ ਨੂੰ ਪ੍ਰਬਲ ਔਰ ਪ੍ਰਗਟ ਜੀਵਨ ਵਿੱਚ ਕਰਨ ਦੀ ਵਿਧੀ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਆਤਮਾ ਕਦੇ ਨਹੀਂ ਮਰਦੀ। ਅਗਰ ਉਹ ਮੇਰੇ ਨਾਲ ਹੈ, ਅਗਰ ਮੈਂ ਉਸ ਨੂੰ ਜਾਣ ਲਵਾਂ, ਤੇ ਫਿਰ ਮੈਂ ਕਦੇ ਨਹੀਂ ਮਰਾਂਗਾ। ਮੇਰਾ ਮਨ ਆਜੀਵਨ ਇੱਕ ਕੰਡੀਸ਼ਨਿੰਗ ਨਾਲ ਬਣਿਆ ਹੈ। ਉਹ ਮੇਰੀ ਆਬਜ਼ਰਵੇਸ਼ਨ ਤੋਂ ਹੈ, ਜੋ ਮੈਨੂੰ ਕਿਸੇ ਨੇ ਸਿਖਾਇਆ ਹੈ, ਜੋ ਮੈਂ ਸਿੱਖਿਆ ਹੈ, ਜੋ ਮੇਰਾ ਐਕਸਪੀਰੀਅੰਸ ਹੈ। ਇਹ ਇੱਕ ਕੰਡੀਸ਼ਨਡ ਮਾਈਂਡ, ਮੈਂ ਬਾਰ-ਬਾਰ ਇਸ ਸ਼ਬਦ ਵਰਤਦਾ ਹਾਂ, ਇਹ ਇੱਕ ਕੰਡੀਸ਼ਨਡ ਮਾਈਂਡ ਹੈ ਜੋ ਮੇਰੇ ਜੀਵਨ ਦੀ ਹੋਂਦ ਹੈ। ਔਰ ਇਹ ਕੰਡੀਸ਼ਨਡ ਮਾਈਂਡ ਦਾ ਆਧਾਰ ਕੀ ਹੈ, ਇਹਦੀ ਫਾਊਂਡੇਸ਼ਨ ਕੀ ਹੈ? ਮੈਂ, ਹਉਮੈ। ਤਾਂ ਫਿਰ ਇਹ ਸਮਝ ਲਈਏ ਕਿ ਇਹ ਜਿਹੜਾ ਮਨ ਮੈਂ ਬਣਾਇਆ ਹੈ, ਮੈਂ ਤੋਂ ਬਣਿਆ ਹੈ, ਮੈਂ ਦੇ ਆਧਾਰ ਤੇ ਬਣਿਆ ਹੈ, ਉਹ ਮੇਰੇ ਔਰ ਨਿਰੰਕਾਰ ਦੇ ਵਿੱਚ ਇੱਕ ਪਰਦੇ ਦੀ ਤਰ੍ਹਾਂ ਚੱਲ ਰਿਹਾ ਹੈ। ਜਿਸ ਦਿਨ ਮੈਂ ਇਸ ਮਨ ਤੋਂ ਆਜ਼ਾਦ ਹੋ ਗਿਆ, ਮੈਨੂੰ ਆਤਮਾ ਦਾ ਗਿਆਨ ਹੋ ਗਿਆ। ਗੁਰਬਾਣੀ ਨੇ ਇਸ ਨੂੰ ਉਨਮਨ ਵੀ ਕਿਹਾ ਹੈ। ਗੱਲ ਸਾਰੇ ਜਪ ਦੀ, ਸਿਮਰਨ ਦੀ, ਅਭਿਆਸ ਦੀ ਇੱਥੇ ਹੈ। ਔਰ ਗੁਰੂ ਨੇ ਸਾਨੂੰ ਨਾਮ ਦੇ ਵਿੱਚ ਦੋ ਚੀਜ਼ਾਂ ਤੋਂ ਬਿਲਕੁਲ ਆਜ਼ਾਦ ਕਰ ਦਿੱਤਾ ਹੈ। ਇੱਕ ਤਾਂ ਸਮੇਂ ਤੋਂ, ਔਰ ਦੂਸਰਾ ਫਿਜ਼ੀਕਲ ਰਿਐਲਿਟੀ ਤੋਂ। ਜਦ ਗੁਰੂ ਕਹਿੰਦਾ ਹੈ ਕਿ ਨਾਮ ਜਪਣ ਵਿੱਚ ਸੋਵਤ ਜਾਗਤ ਉਠਤ ਬੈਠਤ ਜਪੋ ਨਾਮ, ਔਰ ਫਿਰ ਕਹਿੰਦਾ ਹੈ 8 ਪਹਿਰ, ਤਾਂ ਇਹ ਸਮਝ ਲਈਏ ਕਿ ਇਹ ਫਿਜ਼ੀਕਲ ਰਿਐਲਿਟੀ ਤੋਂ ਸਾਨੂੰ ਨਾਮ ਭਰੇ ਲੈ ਜਾਂਦਾ ਹੈ। ਅਸੀਂ ਕਿਸ ਤਰ੍ਹਾਂ ਬੈਠੇ ਹਾਂ, ਕਿਵੇਂ ਹਾਂ, ਕਿਵੇਂ ਨਹੀਂ ਹਾਂ, ਨਾਮ ਨਾਲ ਜੁੜਨ ਤੋਂ ਬਾਅਦ ਇਹ ਚੀਜ਼ਾਂ ਤੋਂ ਸਭ ਮੁਕਤ ਹੋ ਜਾਂਦੇ ਹਾਂ। ਅਗਰ ਸਰੀਰ ਤੋਂ ਮੁਕਤ ਨਹੀਂ ਹੋਇਆ ਤਾਂ ਮੈਂ ਮੌਤ ਨੂੰ ਨਹੀਂ ਜਾਣ ਪਾਇਆ। ਤਾਂ ਗੁਰੂ ਕਹਿੰਦਾ ਹੈ ਕਿ ਜੀਂਦੇ ਜੀ ਜੋ ਮਰ ਗਿਆ ਉਹੀ ਮੁਕਤ ਹੋਇਆ। ਯਾਨੀ ਅਸੀਂ ਇਸ ਕੰਡੀਸ਼ਨਡ ਮਾਈਂਡ ਤੋਂ ਆਜ਼ਾਦ ਹੋ ਗਏ, ਇਸ ਮਨ ਤੋਂ ਆਜ਼ਾਦ ਹੋ ਗਏ ਜਿਹੜਾ ਮੈਂ ਦੁਨੀਆ ਵਿੱਚ ਆ ਕੇ ਸਿੱਖਿਆ, ਗ੍ਰਹਿਣ ਕੀਤਾ, ਜੋ ਮੇਰੀ ਆਈਡੈਂਟਿਟੀ ਹੈ, ਜੋ ਮੇਰੀ ਡਿਫਾਈਨਡ ਆਈਡੈਂਟਿਟੀ ਹੈ, ਜਿਸ ਤੇ ਉਂਗਲੀ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਇਨਸਾਨ ਇਹ ਹੈ,
ਇਹ ਇਹਦਾ ਸਰੀਰ ਹੈ, ਇਹ ਇੱਥੇ ਰਹਿੰਦਾ ਹੈ, ਇਹਦੀ ਕਾਰ ਜਾਂ ਗੱਡੀ ਹੈ, ਇਹਦੇ ਬੱਚੇ ਨੇ, ਇਹਦਾ ਪਰਿਵਾਰ ਹੈ, ਇਹਦਾ ਸੁਸਾਇਟੀ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਡਿਫਾਈਨਡ ਮਨ ਵਿੱਚ ਹਨ, ਜਿਹੜਾ ਕਿਸੇ ਵੀ ਗੁਣ ਹੈ ਜੋ ਵੀ, ਉਹ ਸਾਰਾ ਹਉਮੈ ਦੇ ਆਧਾਰ ਤੇ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਬਾਣੀ ਵਿੱਚ ਇੱਕ ਉਪਦੇਸ਼ ਕਰਦੇ ਹਨ ਕਿ ਤ੍ਰੈਗੁਣ ਤੇ ਅਤੀਤ, ਕਿ ਇਹਨਾਂ ਗੁਣਾਂ ਤੋਂ ਪਰੇ ਕੀ ਰਿਐਲਿਟੀ ਹੈ ਜਿਹੜੀ ਡਿਫਾਈਨਡ ਨਹੀਂ ਹੈ, ਅਲੱਗ ਹੈ, ਦਿਖਦੀ ਨਹੀਂ ਹੈ, ਅਨਡਿਫਾਈਨਡ ਹੈ। ਇਹਦੀ ਗੱਲ ਕਿਤੇ ਚੱਲਦੀ ਨਹੀਂ ਹੈ। ਮੈਂ ਅੱਜ ਇੱਕ ਸਭਾ ਵਿੱਚ ਗਿਆ, ਬੜੇ ਪੜ੍ਹੇ ਲਿਖੇ ਲੋਕ ਸਨ, ਪਰ ਇੱਕ ਉਚਾਟਪਨ ਮੇਰੇ ਮਨ ਵਿੱਚ ਰਹਿੰਦਾ ਹੈ, ਇੱਥੇ ਸੱਤ ਦੀ ਕੋਈ ਗੱਲ ਚੱਲਦੀ ਨਹੀਂ ਹੈ। ਇਹ ਦੇਸ਼ ਕਿਹੋ ਜਿਹਾ ਹੈ, ਇੱਥੇ ਕੋਈ ਹੋਰ ਹੀ ਗੱਲਾਂ ਚੱਲਦੀਆਂ ਹਨ ਜਿਨ੍ਹਾਂ ਦਾ ਕੋਈ ਸੱਤ ਨਾਲ ਮੁੱਲ ਨਹੀਂ ਹੈ। ਗੁਰੂ ਕਹਿੰਦਾ ਸੰਗਤ ਚਾਹੀਦੀ ਹੈ ਭਾਈ, ਨਾਮ ਦੀ ਸੰਗਤ, ਨਾਮ ਜਪਣ ਵਾਲਿਆਂ ਦੀ ਸੰਗਤ, ਜੀਵਨ ਦੇ ਤੱਤ ਨੂੰ ਵਿਚਾਰਨ ਵਾਲਿਆਂ ਦੀ ਸੰਗਤ। ਮੈਨੂੰ ਇੱਕ ਐਕਸਪੀਰੀਅੰਸ ਮੇਰੇ ਜੀਵਨ ਦਾ ਸਦਾ ਹੀ ਯਾਦ ਰਹਿੰਦਾ ਹੈ। ਛੋਟੀ ਉਮਰ ਵਿੱਚ ਮੈਂ ਪੜ੍ਹਦਾ ਸੀ ਤੇ ਇੱਕ ਇਹੋ ਜਿਹਾ ਜਨ ਮਿਲ ਗਿਆ, ਮੈਨੂੰ ਲੱਗਿਆ ਬ੍ਰਹਮ ਗਿਆਨੀ ਹੈ। ਕੁਝ ਕਾਰਨ ਹੋਣੇ ਹਨ, ਪਰ ਉਹਨਾਂ ਨਾਲ ਸੰਗਤ ਕਰਕੇ, ਅਭਿਆਸ ਕਰਕੇ ਕਈ ਸਾਲ ਇੱਕ ਤਰ੍ਹਾਂ ਦਾ ਸਿੱਖੀ ਦਾ ਗਿਆਨ ਹੋ ਗਿਆ ਕਿ ਸਿੱਖ ਕੌਣ ਹੈ, ਗੁਰੂ ਕਿੱਥੇ ਮਿਲੇਗਾ, ਕਿਸ ਤਰ੍ਹਾਂ ਮਿਲੇਗਾ, ਬਾਣੀ ਦਾ ਕਿਵੇਂ ਸੰਗਤ ਕਰਨੀ ਹੈ। ਇਹ ਚੀਜ਼ਾਂ ਸਿਰਫ ਇਸ ਤੇ ਆਧਾਰਿਤ ਸਨ ਕਿ ਮਨ ਦੀ ਅਵਸਥਾ ਕੀ ਹੈ, ਮਨ ਦੇ ਵਿੱਚ ਬਾਣੀ ਚੱਲ ਰਹੀ ਹੈ, ਬਾਣੀ ਦਾ ਅਭਿਆਸ ਚੱਲਦਾ ਹੈ। ਰਾਤ ਦਿਨ ਦੇ ਵਿੱਚ ਕੋਈ ਭੇਦ ਨਹੀਂ ਰਹਿ ਗਿਆ ਹੈ। ਤੂੜੀ ਕਰ ਇਸ਼ਨਾਨ, ਇਹ ਜਿਹੜੇ ਗੁਰੂਆਂ ਦੇ ਦਰਸ਼ਨ ਹਨ, ਇਹ ਸੱਤ ਦੇ ਦਰਸ਼ਨ ਹਨ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦੇ ਦਰਸ਼ਨ ਹਨ। ਇਹ ਇੱਕ ਵਪਾਰ ਹੈ ਸੱਚ ਦਾ, ਸਾਚ ਵਖਰ ਕੇ ਹਮ ਵਣਜਾਰੇ। ਵਣਜ ਦਾ ਸੱਚ ਦਾ ਚੱਲਦਾ ਹੈ। ਮੈਨੂੰ ਲੱਗਦਾ ਹੈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮੈਂ ਸੱਚ ਨੂੰ ਪਾਲਣ ਵਾਲਾ ਬਣ ਜਾਵਾਂ, ਖੋਜ ਕਰਨ ਨਿਕਲਾਂ ਸੱਚ ਨੂੰ, ਮੇਰਾ ਜੀਵਨ ਹੀ ਡਿਫਾਈਨ ਹੋ ਜਾਏ ਸੱਚ ਨੂੰ। ਮੈਂ ਆਪਣੇ ਜੀਵਨ ਦੀ ਅਪਰੋਚ ਇਸ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਵਿੱਚ, ਇਸ ਅਰਦਾਸ ਵਿੱਚ ਲੱਗ ਜਾਵਾਂ। ਗੁਰੂ ਮਿਲ ਜਾਏਗਾ ਫਿਰ, ਕਿਉਂਕਿ ਗੁਰੂ ਵੀ ਹੈ ਆਪਣੇ ਮੁਖ ਤੋਂ ਬਿਆਨ ਕਰਦੇ ਹਨ, ਦੱਸਦੇ ਹਨ ਸਾਨੂੰ, ਗੁਰਮੁਖ ਖੋਜਤ ਪਏ ਉਦਾਸੀ। ਔਰ ਗੁਰੂ ਕਿਧਰੇ ਗਿਆ ਨਹੀਂ ਹੈ, ਨਾਲ ਹੀ ਹੈ, ਸਵਾਸਾਂ ਦੇ ਨਾਲ ਹੈ। ਕਿਧਰੇ ਨਿਰੰਕਾਰ ਤੋਂ ਭੇਦ ਨਹੀਂ ਹੈ ਗੁਰੂ ਦਾ। ਮੈਂ ਤੇ ਇਹ ਸਮਝਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਣਕੇ ਕਣਤਕੇ ਵਿੱਚ ਵਿਰਾਜਮਾਨ ਹਨ। ਉਹ ਸਾਲ ਜਿਹੜੇ ਅਭਿਆਸ ਵਿੱਚ ਬੀਤੇ, ਨਿਰਾਲੇ ਸਮਾਂ ਸੀ। ਪਾਟੇ ਕੱਪੜੇ ਹੁੰਦੇ ਸਨ, ਪੁੰਜੇ ਸੋਨਾ, ਦੇਹ ਦਾ ਕੋਈ ਪਤਾ ਨਹੀਂ ਸੀ, ਬਟ ਮਸਤ ਹੋ ਗਏ। ਨਿਰੰਕਾਰ ਦੀ ਇਹ ਕਿਰਪਾ
ਇਹ ਦੇਣਦਾਰੀ ਮੈਂ ਕਦੇ ਨਹੀਂ ਦੇ ਸਕਦਾ ਕਿ ਉਹ ਸਮਾਂ ਜੀਵਨ ਵਿੱਚ ਮਿਲ ਗਿਆ। ਉਹਨਾਂ ਦਾ ਤੇ ਪਲਾਨ ਕੁਝ ਹੋਰ ਸੀ, ਪਰ ਪਰਿਵਾਰ ਉਸ ਗੱਲ ਨੂੰ ਨਹੀਂ ਸਮਝ ਪਾਇਆ। ਚਲੋ, ਗੱਲ ਮੇਰੀ ਆਪ ਨਾਲ ਸਾਂਝੀ ਕਰਨ ਦੀ ਇਹ ਹੈ ਕਿ ਸੱਚ ਨੂੰ ਲੱਭਣਾ, ਗੁਰੂ ਨੂੰ ਮਿਲਣਾ ਔਰ ਇਸ ਮਨ ਨੂੰ ਟਟੋਲ ਕੇ ਮਨ ਨੂੰ ਖੋਜਣਾ, ਇਹਦੇ ਵਿੱਚੋਂ ਸੱਚ ਭਾਲ ਲੈਣਾ, ਆਤਮਾ ਦਾ ਐਕਸਪੀਰੀਅੰਸ ਜਾਣ ਲੈਣਾ, ਇਹ ਇੱਕ ਓਪਰਚੁਨਿਟੀ ਸਾਡੇ ਸਾਰਿਆਂ ਦੇ ਸਾਹਮਣੇ ਹੈ। ਔਰ ਇਹ ਕਮਿਟਮੈਂਟ ਮੇਰੀ ਔਰ ਤੁਹਾਡੀ ਇੰਡੀਵਿਜੂਅਲ ਕਾਲਿੰਗ ਹੈ। ਇਹਦੇ ਵਿੱਚ ਕੋਈ ਦੂਸਰੇ ਦਾ ਕੋਈ ਸਾਥ ਨਹੀਂ ਹੈ। ਹਾਂ, ਇਹ ਹੋ ਸਕਦਾ ਹੈ ਕਿ ਇੱਕ ਸਾਡੇ ਚੋਂ ਪ੍ਰਾਪਤ ਕਰ ਲੇ ਔਰ ਲਾਭ ਕਈਆਂ ਨੂੰ ਹੋਏ। ਇਹ ਬਾਣੀ ਕਹਿੰਦੀ ਹੈ, ਚੇਤੀ ਛੁੱਟੇ ਨਾਲ। ਗੁਰੂ ਸਾਹਿਬ ਅੱਜ ਇੱਕ ਇਹੋ ਜਿਹੇ ਵਪਾਰ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਹਨ ਜਿਹੜੀ ਰੋਜ਼ ਵਰਤ ਰਹੀ ਹੈ। ਮੌਤ ਤੋਂ ਪਰੇ ਕੀ ਹੈ ਔਰ ਅਸੀਂ ਕੀ ਉਸ ਨਾਲ ਕਿਸ ਤਰ੍ਹਾਂ ਡੀਲ ਕਰ ਸਕਦੇ ਹਾਂ। ਇੱਕ ਰੀਤ ਚਲਦੀ ਆ ਰਹੀ ਹੈ ਸਾਡੇ ਆਲੇ ਦੁਆਲੇ, ਜਿਸ ਨੂੰ ਪਿੱਤਰ ਨੂੰ ਖੁਸ਼ ਕਰਨ ਵਾਲੀ ਗੱਲ ਚੱਲਦੀ ਹੈ। ਔਰ ਇਹ ਸਾਡੀ ਸੁਸਾਇਟੀ 'ਚ ਨਹੀਂ ਹੈ, ਕਈ ਸੁਸਾਇਟੀਆਂ ਵਿੱਚ ਇਹ ਹੈ ਕਿ ਜਿਹੜਾ ਮੌਤ ਤੋਂ ਪਰੇ ਚਲਾ ਗਿਆ ਉਸ ਨੂੰ ਅਸੀਂ ਖਾਣਾ ਪਹੁੰਚਾਉਂਦੇ ਹਾਂ, ਵਸਤੂਆਂ ਪਹੁੰਚਾਉਂਦੇ ਹਾਂ। ਪਿੱਤਰ, ਇਹਦੇ ਵਿੱਚ ਕੁਝ ਲਾਲਚ ਲੱਗਦਾ ਹੈ। ਹੁਣ ਕਿਉਂਕਿ ਮੈਂ ਮੌਤ ਔਰ ਮ੍ਰਿਤਿੂ ਬਾਰੇ ਕੁਝ ਗਿਆਨ ਨਹੀਂ ਰੱਖਦਾ ਹਾਂ, ਤਾਂ ਫਿਰ ਉਸ ਤੋਂ ਜਿਹੜਾ ਮੇਰਾ ਡਰ ਆਉਂਦਾ ਹੈ, ਜਿਸ ਤਰ੍ਹਾਂ LIC ਉਸ ਡਰ ਨੂੰ ਵਰਤ ਕੇ ਮੇਰੀ ਜੇਬ ਚੋਂ ਪੈਸੇ ਲੈਣਾ ਚਾਹੁੰਦੀ ਹੈ। ਇਹ ਠੀਕ ਹੈ ਕਿ ਮੈਂ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਸੁਖੀ ਔਰ ਸੰਪੰਨ ਦੇਖ ਕੇ ਜਾਣਾ ਚਾਹੁੰਦਾ, ਇਹ ਤੇ ਥਾਟ ਹੋ ਸਕਦੀ ਹੈ, ਪਰ ਉਹਦੇ 'ਚ ਮੈਂ ਰੈਸਟ ਵਿੱਚ ਜਾਵਾਂਗਾ, ਇਹ ਗੱਲ ਸੱਚ ਨਹੀਂ ਹੋ ਸਕਦੀ। ਇਸ ਮ੍ਰਿਤਿੂ ਤੋਂ ਬਾਅਦ ਦਾ ਸਮਾਂ ਦਾ ਕੰਟਰੋਲ ਕਿਹਦੇ ਕੋਲ ਹੈ ਔਰ ਉਸ ਨੂੰ ਕਿਸ ਤਰ੍ਹਾਂ ਇਫੈਕਟ ਕੀਤਾ ਜਾ ਸਕਦਾ ਹੈ। ਗੁਰੂ ਅੱਜ ਉਹ ਗੱਲ ਚਲਾ ਰਹੇ ਹਨ। ਤਾਂ ਜਿਹੜੇ ਇਹ ਪਿੱਤਰ ਵਾਲੀ ਗੱਲ, ਇਸ ਰੀਤ ਚਲਦੀ ਹੈ ਕਿ ਬ੍ਰਾਹਮਣ ਨੂੰ ਕੁਝ ਵਸਤੂ ਦਈਏ ਔਰ ਉਹ ਅੱਗੇ ਪਹੁੰਚਾ ਦਿੰਦਾ ਹੈ, ਜਾਂ ਤੀਰਥ ਤੇ ਜਾਈਏ, ਉੱਥੇ ਇਸ਼ਨਾਨ ਕਰੀਏ ਔਰ ਕੁਝ ਲੋਕਾਂ ਨੂੰ ਖਾਣਾ ਖਿਲਾਈਏ, ਬ੍ਰਾਹਮਣਾਂ ਨੂੰ, ਔਰ ਉਹ ਸਾਡੇ ਪਿੱਤਰਾਂ ਨੂੰ ਮਿਲਦਾ ਹੈ। ਇਹੋ ਜਿਹੀ ਪ੍ਰਥਾ ਸਾਡੇ ਸੁਸਾਇਟੀ ਵਿੱਚ ਚੱਲਦੀ ਹੈ, ਪ੍ਰੈਵਲੈਂਟ ਹੈ। ਗੁਰੂ ਇਹਨੂੰ ਐਡਰੈਸ ਕਰਦਾ ਹੈ, ਗੁਰੂ ਇਹਨੂੰ ਸਮਝਾਉਂਦਾ ਹੈ ਸਾਨੂੰ ਕੀ ਜਾ ਸਕਦਾ ਹੈ ਅੱਗੇ ਔਰ ਕੀ ਨਹੀਂ। ਗੁਰੂ ਸਾਨੂੰ ਦੱਸ ਰਿਹਾ ਹੈ ਕਿ ਇਹ ਜਿਹੜੀ ਪਿੱਤਰ ਦੀ ਪ੍ਰਥਾ ਚੱਲਦੀ ਹੈ, ਇਹਦੇ ਵਿੱਚ ਕੁਝ ਧੋਖਾ ਅਸੀਂ ਆਪ ਵੀ ਕਰਦੇ ਹਾਂ। ਜਿੰਦੇ ਜੀ ਤਾਂ ਅਸੀਂ ਆਪਣੇ ਵੱਡਿਆਂ ਨੂੰ ਆਦਰ ਔਰ ਸਤਿਕਾਰ ਔਰ ਕੇਅਰ ਨਹੀਂ ਕਰਦੇ, ਔਰ ਮਰਨ ਤੋਂ ਬਾਅਦ 36 ਭੋਗ ਖਰਵਾ ਦਿੰਦੇ ਆ ਉਹਨਾਂ ਨੂੰ। ਬਾਣੀ ਕਹਿੰਦੀ ਹੈ, ਜੀਵਤ ਪਿੱਤਰ ਨ ਮਾਨੇ ਕੋ, ਮੂੰਹੇ ਸਰਾਧ ਕਰਾਈ। ਪਿੱਤਰ ਵੀ ਬਪੁਰੇ ਕਹੋ ਕੋ ਪਾਵੇ, ਕਹੂ ਕੂਕਰ ਖਾਈ। ਕੀ ਚੀਜ਼ ਪਿੱਤਰ ਪਾਣਗੇ? ਕਊਆ ਕੁੱਕਰ ਖਾਈ। ਉਹ ਖਾਣਾ ਤੇ ਕਊਆ ਔਰ ਕੁੱਕਰ ਕੁੱਤੇ ਖਾ ਜਾਂਦੇ ਹਨ, ਪਿੱਤਰਾਂ ਨੂੰ ਕਿਹੜਾ ਮਿਲਣਾ ਹੈ। ਅਸੀਂ ਜਿੰਦੇ ਜੀ ਵੀ ਖਾਣਾ ਖਾਈਏ, ਸਾਡੇ ਨਾਲ ਕੋਈ ਬੈਠਾ ਹੋਏ, ਅਸੀਂ ਖਾ ਲਿਆ, ਉਸ ਨੂੰ ਕਿਵੇਂ ਮਿਲੇਗਾ? ਤਾਂ ਮਰਨ ਤੋਂ ਬਾਅਦ
ਕਿਸ ਤਰ੍ਹਾਂ ਪਹੁੰਚਾਵਾਂਗੇ। ਇਹ ਸਾਰੇ ਧੋਖੇ ਸੁਸਾਇਟੀ ਵਿੱਚ ਪ੍ਰਵੇਲ ਕਰਦੇ ਹਨ ਕਿਉਂਕਿ ਅਸੀਂ ਆਪ ਜਾਗਰਤ ਨਹੀਂ ਹਾਂ। ਜੀਵਨ ਦੇ ਸਤਵਲ ਅਸੀਂ ਡਰ ਤੋਂ, ਭੈ ਤੋਂ ਅੰਨੇ ਹੋ ਜਾਂਦੇ ਹਾਂ, ਜਦ ਕਿ ਭੈ ਵਾਲੀ ਸ਼ਕਤੀ ਅੱਖਾਂ ਨੂੰ ਖੋਲਣ ਵਿੱਚ ਵੀ ਜਾਗਰਤ ਹੋ ਸਕਦੀ ਹੈ, ਜਗਾ ਸਕਦੀ ਹੈ ਸਾਨੂੰ। ਬਾਬਾ ਬੁੱਢਾ ਜੀ ਨਾਲ ਇਹੀ ਹੋਇਆ। ਉਹ ਜਗ ਗਏ ਛੋਟੀ ਉਮਰ ਵਿੱਚ, ਮੌਤ ਦੇ ਭੈ ਤੋਂ ਡਰ ਕੇ ਜਗ ਗਏ, ਗੁਰੂ ਕੋਲ ਚਲੇ ਗਏ, ਗੁਰੂ ਦੀ ਸ਼ਰਨ ਲੈ ਲਈ। ਪਰ ਬਾਅਦ ਦਫਾ ਮੈਜੋਰਿਟੀ ਸਾਡੇ ਚੋਂ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ ਤਾਂ ਕਿ ਇਹ ਰਿਐਲਿਟੀ ਫੇਸ ਨਾ ਕਰਨੀ ਪਏ, ਪੇਨ ਨੂੰ ਅਵੋਇਡ ਕਰੀਏ। ਗੁਰੂ ਇਹਦੇ ਬਾਰੇ ਸਮਝਾਉਂਦੇ ਹਨ। ਜੋ ਮੁਹਾਕਾ ਘਰ ਮੁਏ ਘਰ ਮੇ ਪਿਤਰੀ ਦੇ, ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ। ਗੁਰੂ ਕਹਿੰਦੇ ਹਨ, ਫਰਜ਼ ਕਰੋ ਕੋਈ ਚੋਰ ਹੋਏ, ਜੋ ਮੁਹਾਕਾ ਘਰ ਮੁਏ, ਕਿਸੇ ਘਰ ਨੂੰ ਚੋਰੀ ਕਰਦਾ ਹੈ। ਇੱਕ ਧਾੜਵੀ ਪੁਰਸ਼, ਧਾੜਵੀ ਸ਼ਬਦ ਦਾ ਮਤਲਬ ਚੋਰ, ਚੋਰੀ ਕਰਦਾ ਹੈ ਔਰ ਉਹ ਆਪਣੇ ਚੋਰੀ ਦੇ ਪੈਸੇ ਚੋਂ ਪਿਤਰਾਂ ਨੂੰ ਜਾਂ ਤੇ ਵਸਤੂ ਭੇਜਦਾ ਹੈ ਜਾਂ ਉਹਨਾਂ ਨੂੰ ਖਾਣਾ ਖਵਾਉਂਦਾ ਹੈ ਜਾਂ ਉਸ ਪੈਸੇ ਚੋਂ ਪਿਤਰਾਂ ਨੂੰ ਪਾਉਂਦਾ ਹੈ। ਤਾਂ ਗੁਰੂ ਕਹਿੰਦਾ ਕਿ ਇਸ ਤਰ੍ਹਾਂ ਤੇ ਹੈ ਨਹੀਂ ਕਿ ਸਰੀਰ ਤੋਂ ਪਰੇ ਸਾਰੇ ਜਨ ਜੋ ਹਨ ਉਹਨਾਂ ਨੂੰ ਗਿਆਨ ਨਹੀਂ ਹੈ। ਮਹਾਰਾਜ ਕਹਿੰਦੇ ਹਨ ਅੱਗੇ ਵਸਤ ਸਜਾਣੀ ਹੈ, ਤੇ ਅੱਗੇ ਜਦੋਂ ਵਸਤ ਸਜਾਣੀ ਜਾਏਗੀ, ਜਾਣਿਆ ਜਾਏਗਾ ਕਿ ਇਹ ਤੇ ਚੋਰੀ ਦਾ ਪੈਸਾ ਹੈ, ਤਾਂ ਫਿਰ ਪਿੱਤਰ ਵੀ ਚੋਰ ਬਣਨਗੇ। ਇੱਕ ਸਮਝਾਉਣ ਦੀ ਵਿਧੀ ਹੈ, ਮੈਥਡ ਹੈ। ਜਿਵੇਂ ਉਹਨਾਂ ਨੇ ਹਰਿਦੁਆਰ ਵਿੱਚ ਸੂਰਜ ਵੱਲ ਮੁੱਖ ਕਰਕੇ ਪਾਣੀ ਪਾਇਆ, ਸਮਝਾਣਾ ਚਾਹਿਆ ਕਿ ਕਰ ਕੀ ਰਹੇ ਹੋ। ਅਸੀਂ ਪੰਜਾਬ ਵੱਲ ਪਾਣੀ ਪਾ ਦਿੰਦੇ ਹਾਂ, ਖੇਤਾਂ ਨੂੰ ਪਾਣੀ ਦੇ ਦਿੰਦੇ ਹਾਂ, ਉਹ ਤਾਂ ਸੂਰਜ ਤੋਂ ਨੇੜੇ ਹਨ। ਤੇ ਇਹੋ ਜਿਹੇ ਧੋਖਿਆਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਤਾਂ ਫਿਰ ਰਸਤਾ ਕੀ ਹੈ ਮਹਾਰਾਜ, ਉਹ ਵੀ ਗੁਰੂ ਅੱਜ ਸਮਝਾਏਗਾ ਸਾਨੂੰ। ਤਾਂ ਮਹਾਰਾਜ ਕਹਿੰਦੇ ਨੇ ਫਿਰ ਇਹੋ ਜਿਹੀ ਅਗਰ ਚੋਰੀ ਦਾ ਵਪਾਰ ਚੱਲ ਰਿਹਾ ਹੈ ਤਾਂ ਇਹਦੇ ਵਿੱਚ ਦਲਾਲ ਕੌਣ ਹੈ? ਪੰਡਤ, ਕਿਉਂਕਿ ਅਸੀਂ ਪੰਡਤ ਨੂੰ ਦੇ ਰਹੇ ਹਾਂ। ਔਰ ਉਸ ਵੇਲੇ ਦੇ ਪ੍ਰਥਾ ਅਨੁਸਾਰ ਜੋ ਚੋਰੀ ਦੀ ਦਲਾਲੀ ਕਰਦਾ ਹੈ ਉਹਦੇ ਹੱਥ ਵੱਢੇ ਜਾਂਦੇ ਹਨ। ਤਾਂ ਗੁਰੂ ਕਹਿੰਦਾ ਹੈ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਕਿ ਉਹਦੇ ਜਿਹੜੇ ਹੱਥ ਨੇ ਉਹ ਵੱਢੇ ਜਾਣ ਔਰ ਇਹੀ ਇਨਸਾਫ ਫਿਰ ਹੋਏ। ਇਹੀ ਉਸ ਵੇਲੇ ਦੀ ਪ੍ਰਥਾ ਸੀ। ਮਹਾਰਾਜ ਕਹਿੰਦੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਖੱਟੇ ਕਾਲੇ ਦੇ। ਅੱਗੇ ਅਸੀਂ ਕੀ ਲੈ ਕੇ ਜਾਵਾਂਗੇ? ਔਰ ਅਗਰ ਇਸ ਗੱਲ ਨੂੰ ਅਸੀਂ ਸਮਝ ਲਿਆ ਤਾਂ ਸ਼ਾਇਦ ਅਸੀਂ ਸਰੀਰ ਤੋਂ ਮੁਕਤ ਹੋਣ ਦੀ ਵਿਧੀ ਰੱਖਦੇ ਹਾਂ। ਆਤਮਾ ਦੇ ਵਿੱਚ ਰਸ ਹੈ ਜਿਹੜਾ ਸਰੀਰ ਤੋਂ ਪਰੇ ਹੈ। ਗੁਰੂ ਕਹਿੰਦਾ ਹੈ ਕੀ ਖਟਿਆ ਹੈ। ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਅਖੀਰ ਵਿੱਚ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਕਰਮ ਦੀ ਥਿਉਰੀ ਤੋਂ ਪਰੇ ਫਿਰ ਕੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਈ ਦਾਈ ਦਾਇਆ, ਖੇਲੇ ਸਗਲ ਜਗਤ। ਇਹ ਜੀਵਨ ਦੀ ਪਲੇ ਡਿਫਾਈਨ ਹੋ ਗਿਆ, ਸਟੇਜ ਜਿੱਥੇ ਇਹ ਪਲੇ ਚੱਲ ਰਿਹਾ ਹੈ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜੋ ਅਸੀਂ ਚੰਗਾ ਜਾਂ ਮਾੜਾ ਕਰ ਰਹੇ ਹਾਂ ਉਹ ਕਰਮਾਂ ਦੇ ਅਨੁਸਾਰ ਸਾਨੂੰ ਮਿਲੇਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਸਮੇਂ ਨਾਲ। ਪਰ ਗੁਰੂ ਕਹਿੰਦਾ ਹੈ ਕਿ ਇਹ ਤੇ ਇੱਕ ਗੱਲ ਹੈ। ਦੂਸਰੀ ਗੱਲ, ਦੂਸਰੀ ਡਾਇਮੈਂਸ਼ਨ ਇਸ ਗੱਲ ਦੀ ਕੀ ਹੈ?
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰ ਦੂਜੀ ਡਾਇਮੈਂਸ਼ਨ ਹੈ ਜਿੰਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ। ਜੀਵਨ ਦੀ ਮੁਸ਼ੱਕਤ, ਜੀਵਨ ਦੀ ਮਿਹਨਤ, ਜੀਵਨ ਦੀ ਕਮਾਈ ਨਾਮ ਦੇ ਵਿੱਚ ਹੈ। ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜੀਵਨ ਦਾ ਤਤ ਗਿਆਨ ਇਸ ਕਮਾਈ ਨੂੰ ਕਰਨ ਦਾ ਹੈ, ਜਿਸ ਨੂੰ ਸਾਹਿਬ ਇੱਥੇ ਸਮਝਾ ਰਹੇ ਹਨ। ਜੇ ਅਸੀਂ ਖੱਟ ਗਏ, ਮਿਹਨਤ ਕਰ ਗਏ, ਮੁਸ਼ੱਕਤ ਕਰ ਗਏ, ਨਾਮ ਨੂੰ ਕਮਾ ਲਿਆ, ਅਸੀਂ ਉਹ ਲਿਜਾਵਾਂਗੇ ਅੱਗੇ। ਔਰ ਪਿਤਰਾਂ ਨਾਲ ਵੀ ਉਹੀ ਕਮਾਏਗਾ, ਕਿਉਂਕਿ ਜਿਹੜਾ ਇਮੋਸ਼ਨ ਦਾ ਮਨ ਹੈ, ਯੂਨੀਵਰਸਲ ਮਾਈਂਡ ਹੈ, ਉਹ ਟਰੈਵਲ ਕਰਦਾ ਹੈ, ਉਹ ਮੌਤ ਤੋਂ ਪਰੇ ਵੀ ਟਰੈਵਲ ਕਰਦਾ ਹੈ। ਇਸੇ ਤਰ੍ਹਾਂ ਅਸੀਂ ਗੁਰੂ ਦੇ ਨਾਲ ਵੀ ਰਿਲੇਟ ਕਰਦੇ ਹਾਂ। ਗੁਰਦੁਆਰੇ ਲਾਏ ਭਾਵਨੀ, ਜਿਸ ਸਿਮਰਤ ਸਭ ਕਿਲ ਵਿਕਨਾਸੇ, ਪਿਤਰੀ ਹੋਏ ਉਧਾਰੋ। ਨਾਮ ਦੇ ਸਿਮਰਨ ਨਾਲ ਦੁੱਖ ਜਾਂਦਾ ਹੈ, ਔਰ ਪਿਤਰਾਂ ਦਾ ਵੀ ਉਧਾਰ ਉਹਦੇ 'ਚ ਹੀ ਹੁੰਦਾ ਹੈ। ਇਹ ਗੁਰੂ ਸਾਨੂੰ ਗਿਆਨ ਦੱਸ ਰਹੇ ਹਨ ਜੀਵਨ ਦਾ, ਕਿ ਅਸੀਂ ਮਨ ਦੇ ਵਿੱਚ ਔਰ ਮਨ ਦੀ ਅਵਸਥਾ ਨੂੰ ਕਮਾ ਲਈਏ। ਉਹਦੇ ਵਿੱਚ ਭੇਦ ਹੈ ਸਾਰੇ ਜੀਵਨ ਦੀ, ਔਰ ਜੀਵਨ ਔਰ ਮ੍ਰਿਤਿਉ ਦੋਨਾਂ ਦੀ ਖੇਡਾਂ ਦਾ, ਔਰ ਜੀਵਨ ਦੇ ਪਾਰ ਦਾ ਵੀ। ਤਾਂ ਜਦੋਂ ਕੋਈ ਵੀ ਜਨ ਇਸ ਰਿਐਲਿਟੀ ਵੱਲ ਪ੍ਰਤੱਖ ਜੀ ਲੈਂਦਾ ਹੈ, ਉਹਦੇ ਲਈ ਜੀਵਨ ਇੱਕ ਖੇਡ ਦੀ ਤਰ੍ਹਾਂ ਹੋ ਜਾਂਦਾ ਹੈ, ਮੈਨੂੰ ਲੱਗਦਾ ਹੈ। ਤਾਂ ਅਸੀਂ ਦੇਖੀਏ ਜਿਹੜੀ ਸ਼ਹਾਦਤਾਂ ਸਾਡੀ ਪਿਛੋਕੜ ਵਿੱਚ ਹੋਈਆਂ ਹਨ, ਉਹਨਾਂ ਦਾ ਇਹੀ ਮੈਸੇਜ ਆ ਰਿਹਾ ਹੈ ਕਿ ਸਰੀਰ ਦੇ ਜਾਣ ਨਾਲ ਕੁਝ ਵੀ ਨਹੀਂ ਜਾਏਗਾ। ਇੱਕ ਸਦਾ ਦਾ ਵਿਗਾਸ ਦਾ ਜੀਵਨ ਜਿਨ੍ਹਾਂ ਨੂੰ ਮਿਲ ਗਿਆ, ਉਹ ਸਰੀਰ ਦੇ ਹੁੰਦੇ ਔਰ ਸਰੀਰ ਦੇ ਪਾਰ ਦੋਨੋਂ ਵਿੱਚ ਹਾਜ਼ਰ ਹੈ। ਹਲਤ ਪਲਤ ਮੁਖ ਉਜਲ ਹੋਈ ਹੈ। ਉਹ ਤਾਂ ਉਜਲਾ ਮਲ ਹੈ, ਸਰੀਰ ਹੋਏ ਜਾਂ ਨਾ ਹੋਏ। ਤਾਂ ਇਹਦਾ ਮਤਲਬ ਇੱਕ ਹੋਰ ਡਾਇਮੈਂਸ਼ਨ ਸਾਨੂੰ ਮਿਲ ਗਈ ਹੈ, ਜਿਹੜੀ ਸਾਨੂੰ ਸੀਮਲੈਸਲੀ ਦੁਨੀਆ ਨੂੰ ਦੇਖਣ ਦੀ ਤੇ ਦਰਸ਼ਨ ਦਿੰਦੀ ਹੈ। ਕੇਵਲ ਫਿਜ਼ੀਕਲ ਡਾਇਮੈਂਸ਼ਨ ਤੇ ਅਸੀਂ ਸੀਮਿਤ ਨਹੀਂ ਰਹਿ ਜਾਂਦੇ। ਸਰੀਰ ਦੇ ਹੋਣੇ ਔਰ ਨਾ ਹੋਣ ਤੋਂ ਵੀ ਉਹ ਹਾਜ਼ਰ ਹੈ। ਉਹੀ ਆਤਮਾ ਦਾ ਐਕਸਪੀਰੀਅੰਸ ਹੈ। ਮਹਾਰਾਜ ਨੇ ਸਾਨੂੰ ਅੱਜ ਜੀਵਨ ਔਰ ਜੀਵਨ ਦੇ ਪਰੇ ਦੀ ਇੱਕ ਗੱਲ ਸਮਝਾ ਦਿੱਤੀ ਹੈ ਕਿ ਤੀਰਥ ਜਿਹੜਾ ਜੀਵਨ ਦਾ ਹੈ ਉਹ ਮਨ ਦੇ ਵਿੱਚ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਔਰ ਪਿਤਰਾਂ ਨੂੰ ਅਸੀਂ ਖੁਸ਼ ਕਰਨ ਵਾਸਤੇ ਤੀਰਥ ਵਿੱਚ ਜਾ ਕੇ ਕਊਏ ਔਰ ਕੁੱਤਿਆਂ ਨੂੰ ਰੋਟੀ ਖਿਲਾਈਏ, ਇਹ ਕੀ ਲੌਜਿਕ ਹੈ? ਮਨ ਦੇ ਵਿੱਚ ਸਾਰੇ ਰਿਲੇਸ਼ਨਸ਼ਿਪਸ, ਸਾਰੀ ਐਸੋਸੀਏਸ਼ਨਸ ਸਾਡੇ ਮਨ ਦੇ ਨਾਲ ਰਿਲੇਸ਼ਨ ਰੱਖਦੀਆਂ ਹਨ। ਅਗਰ ਅਸੀਂ ਮਨ ਨੂੰ ਸੁਲਝਾ ਦਈਏ ਤਾਂ ਸਭ ਕੁਝ ਸੁਲਝ ਜਾਂਦਾ ਹੈ। ਔਰ ਇਸ ਦੇ ਸੁਲਝਾਉਣ ਵਿੱਚ ਸਭ ਤੋਂ ਵੱਡਾ ਵਿਘਨ ਦੁਨਿਆਵੀ ਜੀਵਨ ਹੈ, ਜਿਹਦੇ ਵਿੱਚ ਅਸੀਂ ਮੋਹ ਔਰ ਮਾਇਆ ਕਰਕੇ ਫਸੇ ਹੋਏ ਹਾਂ, ਉਸ ਤੋਂ ਆਜ਼ਾਦ ਨਹੀਂ ਹੋ ਪਾ ਰਹੇ। ਔਰ ਅਸੀਂ ਇਹ ਵੀ ਨਹੀਂ ਸਮਝ ਪਾ ਰਹੇ ਕਿ ਉਹਦੇ ਹੁੰਦੇ ਹੋਏ ਵੀ ਮੈਂ ਇਹ ਕਰ ਸਕਦਾ ਹਾਂ। ਉਹ ਮੇਰੇ ਜੀਵਨ ਵਿੱਚ, ਉਹ ਜੀਵਨ ਦੇ ਵਿਘਨ ਮੇਰੇ ਇਸ ਨਾਮ ਦੇ ਵਿੱਚ ਵਿਘਨ ਨਹੀਂ ਬਣਦੇ ਹਨ। ਪਰ ਕਿਉਂਕਿ ਮੇਰੇ ਜੀਵਨ ਦੀ ਅਪਰੋਚ ਇਤਨੀ ਇੰਟੈਂਸ ਹੈ ਫਿਜ਼ੀਕਲ ਵਾਸਤੇ, ਜਦ ਤੱਕ ਉਹ ਨਹੀਂ ਸੁਲਝਦਾ ਮੈਂ ਮਨ ਨੂੰ ਸੁਲਝਾਉਣ 'ਚ ਨਹੀਂ ਲੱਗਦਾ। ਔਰ ਜਦੋਂ ਸੁਲਝ ਵੀ ਜਾਂਦਾ ਹੈ ਫਿਰ ਵੀ ਨਹੀਂ ਲੱਗਦਾ। ਬਾਣੀ ਦੇ ਇਸ ਪੌੜੀ ਵਿੱਚ ਗੁਰੂ ਸਾਹਿਬ ਇਹ ਸਮਝਾ ਰਹੇ ਹਨ ਸਾਨੂੰ, ਜਿਨ੍ਹਾਂ ਲਈ ਸੁਲਝ ਵੀ ਗਿਆ ਉਹਨਾਂ ਲਈ ਹੋਰ ਵੱਡੀ ਮੁਸੀਬਤ ਬਣ ਗਈ ਹੈ। ਕੁਝ ਚਿਰ ਪਹਿਲੇ ਗੁਰੂ ਨੇ ਸਾਨੂੰ ਦੱਸਿਆ ਸੀ
ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਨਾ। ਉਹੀ ਗੱਲ ਕੁਛ ਉਹਦੇ ਨਾਲ ਰਿਲੇਟਡ ਗੱਲ ਹੀ ਅੱਜ ਵੀ ਕਰਨ ਲੱਗੇ ਹਨ। ਮਨ ਦੇ ਵਿੱਚ ਹੁਕਮ, ਮਨ ਦੇ ਭਾਵਦੇ ਹੁਕਮ ਉਹੀ ਕਰ ਸਕਦਾ ਹੈ ਜਿਹਨੂੰ ਪਦਾਰਥ ਔਰ ਵਸਤੂ ਅਵੇਲੇਬਲ ਹੈ ਦੁਨੀਆ ਵਿੱਚ। ਜਿਹੜੀ ਚਾਕਰ ਰੱਖਦਾ ਹੈ ਚਾਕਰ ਨਹੀਂ ਹੈ, ਉਸ ਨੂੰ ਲੱਗਦਾ ਹੈ ਕਿ ਉਹ ਜੀਵਨ ਦੇ ਵਿੱਚ ਐਲੀਵੇਟਡ ਹੈ, ਪਰ ਇਹ ਸਿਰਫ ਫਿਜ਼ੀਕਲ ਰਿਐਲਿਟੀ ਹੈ, ਐਬਸੋਲੂਟ ਰਿਐਲਿਟੀ ਨਹੀਂ ਹੈ। ਭਾਈ ਲਾਲੋ ਦੀ ਗੱਲ ਤੇ ਇਹੀ ਹੈ ਨਾ ਕਿ ਪਦਾਰਥ ਨਾ ਵੀ ਹੁੰਦੇ ਹੋਏ ਪ੍ਰੇਮ ਦੀ ਹਜ਼ੂਰੀ ਹੈ, ਗੁਰੂ ਉੱਥੇ ਹੀ ਜਾਂਦੇ ਹਨ। ਮੈਨੂੰ ਇਹ ਗੱਲ ਸਮਝਣੀ ਹੈ ਕਿ ਜੋ ਮੈਂ ਅੱਖੋਂ ਦੇਖੀ ਨਾਲ ਜਿਸ ਨੂੰ ਗਿਆਨਵਾਨ, ਪਦਾਰਥਵਾਦ, ਉੱਚਾ ਜਾਂ ਵੱਡਾ ਸਮਝਦਾ ਹਾਂ, ਸਿੰਬਲ ਦੇ ਪੇੜ ਦੀ ਤਰ੍ਹਾਂ ਜ਼ਰੂਰੀ ਨਹੀਂ ਉਹ ਕਿਸੇ ਕੰਮ ਦਾ ਹੈ। ਗੁਰੂ ਜੀਵਨ ਦਾ ਤੱਤ ਸਮਝਾਉਂਦੇ ਹਨ। ਗੁਰੂ ਸੁਲਝਾਉਣਾ ਚਾਹੁੰਦੇ ਹਨ ਜੀਵਨ ਸਾਡੇ ਲਈ, ਕਿ ਸਾਨੂੰ ਗਿਆਨ ਹੋ ਜਾਏ ਕਿ ਜੀਵਨ ਤੋਂ ਪਰੇ ਦਾ ਜਿਹੜਾ ਸੱਤ ਹੈ ਉਹਦਾ ਫੋਕਸ ਮਨ ਚੋਂ ਨਾ ਹਟੇ। ਮੈਨੂੰ ਲੱਗਦਾ ਉਹਦੇ ਲਈ ਸੰਗਤ ਬੜੀ ਜ਼ਰੂਰੀ ਹੈ। ਜੇ ਮੈਨੂੰ ਬਜ਼ੁਰਗ ਨਾ ਮਿਲਦੇ, ਉਹਨਾਂ ਨਾਲ ਸਮਾਂ ਨਾ ਬਿਤਾਉਂਦਾ, ਤਾਂ ਫਿਰ ਕਦੇ ਵੀ ਇਹ ਸੋਚ ਨਹੀਂ ਹੋ ਸਕਦੀ ਸੀ। ਪਰ ਇੱਕ ਮੌਕਾ ਮਿਲ ਗਿਆ, ਉਹਨਾਂ ਨੇ ਆਜ਼ਾਦ ਕਰਤਾ ਮੈਨੂੰ, ਸਾਰੀ ਸੁਸਾਇਟੀ ਦੇ ਸਟਰਕਚਰ ਤੋਂ ਤੋੜ ਦਿੱਤਾ ਕੁਝ ਸਮੇਂ ਲਈ, ਔਰ ਉਹ ਬੜਾ ਆਨੰਦਿਤ ਸਮਾਂ ਸੀ। ਪਦਾਰਥ ਦੀ ਵਾਦ ਵਿੱਚ ਵੀ ਨਹੀਂ, ਪਰ ਮਨ ਦੀ ਅਵਸਥਾ ਵਿੱਚ ਇੱਕ ਅੱਛੀ ਸ਼ਬਦ ਦੀ ਹਜ਼ੂਰੀ ਵਿੱਚ ਉਹਨਾਂ ਦੇ ਸੰਗਤ ਦੇ ਵਿੱਚ ਸ਼ਬਦ ਦਾ ਅਭਿਆਸ ਹੋਇਆ। ਉਹਨਾਂ ਨਾਲ ਵਿਚਾਰਾਂ ਹੋਈਆਂ। ਜੀਵਨ ਦੇ ਵਿੱਚ ਕੀ ਤੱਤ ਹੈ, ਕੀ ਨਹੀਂ ਹੈ, ਕਦੇ ਕਦੇ ਟੈਸਟ ਵੀ ਲੈਂਦੇ ਸਨ। ਰੋਜ਼ ਦਾ ਕਥਾ ਦਾ ਸਮਾਂ ਹੁੰਦਾ ਸੀ, ਘੰਟਾ ਡੇਢ, ਉਸ ਵਿੱਚ ਗੁਰੂ ਦੇ ਦਰਸ਼ਨ ਮਿਲਦੇ ਸਨ, ਉਹਨਾਂ ਦੀ ਵਿਚਾਰ ਵੀ ਚੱਲਦੀ ਸੀ। ਇੱਕ ਪ੍ਰੇਮ ਵੀ ਦਿੱਤਾ ਉਹਨਾਂ ਨੇ। ਜਦੋਂ ਕੋਈ ਅਧਿਆਤਮਕ ਪੁਰਸ਼ ਪ੍ਰੇਮ ਦੇ ਤਾਂ ਫਿਰ ਰਾਹ ਬੜਾ ਸੌਖਾ ਹੋ ਜਾਂਦਾ ਹੈ। ਮਹਾਰਾਜ ਅੱਗੇ ਦੀ ਪੌੜੀ ਵਿੱਚ, ਅੱਗੇ ਇਸੇ ਪੌੜੀ ਵਿੱਚ ਮਹਾਰਾਜ ਸਾਨੂੰ ਦੱਸਦੇ ਹਨ, ਜਿਉ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ। ਮਹਾਰਾਜ ਕਹਿੰਦੇ ਹਨ ਕਿ ਜਿਵੇਂ ਇੱਕ ਔਰਤ ਦੇ ਮੈਂਸਸ ਹੁੰਦੇ ਹਨ ਮੰਥਲੀ, ਉਹਦੇ ਸਰੀਰ ਦੇ ਵਿੱਚ ਹੀ, ਉਹਦੇ ਸਟਰਕਚਰ ਵਿੱਚ ਇਨਬਿਲਟ ਹੈ, ਉਹਦੇ ਨੇਚਰ ਵਿੱਚ ਹੈ, ਉਹਦੇ DNA ਵਿੱਚ ਹੈ, ਉਹਨੂੰ ਰੈਪੀਟੇਟਿਵਲੀ ਮੰਥਲੀ ਉਹ ਹੁੰਦੇ ਹਨ। ਗੁਰੂ ਕਹਿੰਦੇ ਹਨ ਕਿ ਜਿਹੜਾ ਝੂਠਾ ਹੈ, ਜਿਹੜਾ ਕੂੜਾ ਹੈ, ਜਿਹੜਾ ਪਦਾਰਥਵਾਦ ਦੇ ਵਿੱਚ ਹੀ ਆਗੇ ਰੁਕ ਗਿਆ ਹੈ, ਮਹਾਰਾਜ ਕਹਿੰਦੇ ਨੇ ਉਹ ਝੂਠ ਦਾ ਵਪਾਰੀ ਹੈ। ਉਸ ਨੂੰ ਵੀ ਉਹ ਅੰਦਰੋਂ ਹੀ ਝੂਠ ਆਪਣੇ ਮਨ ਚੋਂ ਹੀ ਬਣਾਈ ਜਾਂਦਾ ਹੈ, ਉਸ ਚੋਂ ਝੂਠ ਦੇ ਦਰਸ਼ਨ ਹੁੰਦੇ ਰਹਿੰਦੇ ਹਨ। ਝੂਠੇ ਝੂਠਾ ਮੁਖ ਵਸੇ, ਉਹਦੇ ਮੂੰਹ ਵਿੱਚ ਝੂਠ ਹੀ ਵਸ ਰਿਹਾ ਹੈ। ਨਿਤ ਨਿਤ ਹੋਏ ਖੁਆਰ, ਉਹ ਹਰ ਖੜੀ ਵਿੱਚ ਖੁਆਰ ਹੋ ਰਿਹਾ ਹੈ। ਔਰ ਇਹੀ ਮਰਨ ਔਰ ਜੀਵਨ ਦਾ ਕਾਰਨ ਹੈ। ਮਾਈਂਡ ਦੇ ਵੇਵਰਿੰਗ ਐਟੀਟਿਊਡ ਦਾ ਕਾਰਨ ਵੀ ਇਹੀ ਹੈ ਕਿ ਮੇਰੇ ਮਨ ਚੋਂ, ਮਨ ਦੀ ਤਹਿ ਤੋਂ ਮੈਂ ਝੂਠ ਦੇ ਨਾਲ ਵਪਾਰ ਰੱਖਦਾ ਹਾਂ। ਸੋਚੇ ਇਹ ਨਾ ਆਖੀਏ ਬਹਿਨ ਜੋ ਪਿੰਡਾ ਧੋਏ। ਮਹਾਰਾਜ ਕਹਿੰਦੇ ਹਨ ਕਿ ਅਸੀਂ ਸਰੀਰ ਨੂੰ ਪਾਣੀ ਨਾਲ ਧੋ ਰਹੇ ਹਾਂ,
ਬਹਿ ਕੇ ਆਪਣੇ ਪਿੰਡੇ ਨੂੰ ਧੋ ਰਹੇ ਹਾਂ, ਇਹ ਤਾਂ ਸੁੱਚਤਾ ਦਾ ਨਿਸ਼ਾਨੀ ਨਹੀਂ ਹੈ। ਇਹਦੇ ਨਾਲ ਇਕੱਲੇ ਸੁੱਚੇ ਨਹੀਂ ਹੋ ਜਾਵਾਂਗੇ। ਸੂਚੇ ਸੋਈ ਨਾਨਕਾ, ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਮਨ ਦੇ ਵਿੱਚ ਸੱਚ ਕਿਵੇਂ ਵਸੇਗਾ? ਮਨ ਦੇ ਦੋ ਹਿੱਸੇ ਹਨ, ਇੱਕ ਹਉਮੈ ਦਾ ਹਿੱਸਾ ਹੈ, ਇੱਕ ਹਉਮੈ ਦੇ ਪਰੇ ਆਤਮਾ ਹੈ। ਜਦੋਂ ਆਤਮਾ ਦਾ ਗਿਆਨ ਹੋਏਗਾ ਤਾਂ ਮਨ ਸੁੱਚਾ ਹੋ ਜਾਏਗਾ ਮਹਾਰਾਜ। ਗੁਰੂ ਕਹਿ ਰਹੇ ਹਨ ਕਿ ਇਹ ਪਾਣੀ ਧੋਣ ਨਾਲ ਸਰੀਰ ਦਾ ਸੁੱਚਤਾ ਨਹੀਂ ਹੈ। ਹਾਂ, ਅਸੀਂ ਅਭਿਆਸ ਵਿੱਚ ਅਲਰਟ ਹੁੰਦੇ ਹਾਂ। ਗੁਰੂ ਰਾਮਦਾਸ ਨੇ ਸਿੱਖ ਦੀ ਡੈਫੀਨੇਸ਼ਨ ਵਿੱਚ, ਬਾਣੀ ਵਿੱਚ ਵੀ ਸਾਨੂੰ ਇਹ ਦੱਸਿਆ ਹੈ, ਉਸ ਸ਼ਬਦ ਵਿੱਚ ਵੀ ਦੱਸਿਆ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਤੇ ਆਏ। ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇਂ। ਇਸ਼ਨਾਨ ਸਰੀਰ ਦਾ ਹੈ, ਅੰਮ੍ਰਿਤਸਰ ਵਿੱਚ ਮਨ ਨਹਾਰਿਆ ਹੈ। ਦੋਨੋਂ ਮਨ ਔਰ ਸਰੀਰ, ਤਨ ਔਰ ਮਨ ਦੋਨੋਂ ਨਿਰਮਲ ਹੋਣਗੇ। ਤਨ ਦਾ ਸ਼ਾਇਦ ਨਾਮ ਹੀ ਨਿਰਮਲ ਹੋਏ, ਅਗਰ ਮਨ ਨਿਰਮਲ ਹੋਇਆ ਤਾਂ ਸਰੀਰ ਫਿਰ ਤਨ ਹੋ ਗਿਆ। ਇਹੋ ਜਿਹੇ ਐਗਜ਼ਾਮਪਲ ਸਾਨੂੰ ਹਿਸਟਰੀ ਤੋਂ ਆਉਂਦੇ ਹਨ। ਇੱਕ ਸਿਨੋਪੇ, ਡਾਇਓਜਨੀਜ਼ ਆਫ ਸਿਨੋਪੇ, ਇਹ ਸੋਕਰਟੀਜ਼ ਦੇ ਸਕੂਲ ਦਾ ਇੱਕ ਲੀਡਰ ਹੈ, ਸਕੂਲ ਆਫ ਸਿਨਿਕਸ ਦਾ ਹੈਡ ਹੈ। ਉਹਦੇ ਬਾਰੇ ਇੱਕ ਪ੍ਰਥਾ ਹੈ ਕਿ ਉਹ ਗੰਦਾ ਹੁੰਦਾ ਸੀ ਸਾਰਾ ਟਾਈਮ, ਕਿਚੜ ਵਿੱਚ ਰਹਿੰਦਾ ਸੀ, ਇੱਕ ਟੱਬ ਦੇ ਅੰਦਰ। ਕੱਪੜੇ ਉਹਦੇ ਮੈਲੇ ਹੀ ਰਹਿੰਦੇ ਸਨ, ਪਰ ਉਹ ਮੰਨਿਆ ਗਿਆ ਹੈ ਕਿ ਮਨ ਦਾ ਸੁੱਚਾ ਹੈ। ਇੱਕ ਸਟੋਰੀ ਉਹਦੇ ਨਾਲ ਚੱਲਦੀ ਹੈ ਕਿ ਉਹ ਆਪਣੇ ਨਾਲ ਮੋਮਬੱਤੀ ਲੈ ਕੇ ਚੱਲਦਾ ਸੀ, ਔਰ ਉਹ ਕਹਿੰਦਾ ਸੀ, ਜਿਸ ਨੂੰ ਦੇਖਦਾ ਸੀ ਉਹਦੇ ਵੱਲ ਮੋਮਬੱਤੀ ਕਰਕੇ ਕਹਿੰਦਾ ਸੀ, ਮੈਂ ਤੇਰੇ ਝੂਠ ਨੂੰ ਮੈਂ ਦੇਖਣਾ ਹੈ, ਤੂੰ ਝੂਠਾ ਹੈ ਕਿ ਸੱਚਾ ਹੈ। ਤਾਂ ਲੋਕ ਡਰਦੇ ਸਨ ਉਸ ਤੋਂ। ਮਨ ਦੀ ਸੁੱਚਤਾ ਨਿਰੰਕਾਰ ਨੂੰ ਮਿਲਣ ਨਾਲ ਹੀ ਹੋਏਗੀ। ਕਿਆ ਭਵੀਏ ਸਤ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਇਹ ਗੱਲ ਜਿਹੜੀ ਸਾਨੂੰ ਸਮਝਣੀ ਹੈ ਕਿ ਅਸੀਂ ਮਨ ਦੇ ਵਿੱਚ ਇਸ ਐਕਸਪੀਰੀਅੰਸ ਨੂੰ ਜੀਣਾ ਹੈ। ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਜੋ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾ ਹੈ। ਇਸ ਖੋਜ ਦੇ ਵਿੱਚ ਮੇਰੀ ਮਨ ਦੀ એનર્ਜੀ ਲੱਗੇ, ਮੇਰਾ ਜੀਵਨ ਲੱਗੇ। ਦੁਨੀਆ ਦੀ ਡਾਇਮੈਂਸ਼ਨ ਜੋ ਵੀ ਹੈ ਉਹ ਮੇਰੇ ਵਿੱਚ ਵਿਘਨ ਨਾ ਬਣ ਪਾਏ। ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਜਦੋਂ ਅਸੀਂ ਮਨ ਵਿੱਚ ਉਸ ਸੱਚ ਨੂੰ ਜਾਣ ਲਵਾਂਗੇ ਮਹਾਰਾਜ, ਤਾਂ ਸੁੱਚੇ ਹੋ ਜਾਵਾਂਗੇ। ਅਸਮਾਨ ਮਿਆਨੇ ਲਹਿੰਗ ਦਰਿਆ, ਗੁਸਲ ਕਰਦਨ ਬੂਦ। ਦਸਮ ਦੁਆਰ ਦੇ ਵਿੱਚ ਇੱਕ ਦਰਿਆ ਬਹਿ ਰਿਹਾ ਹੈ ਆਨੰਦ ਦਾ। ਉਹਦੇ ਵਿੱਚ ਭਗਤ ਕਬੀਰ ਕਹਿੰਦੇ ਹਨ, ਗੁਸਲ ਕਰਦਨ ਬੂਦ। ਇਸ਼ਨਾਨ ਕਰ ਲੋ। ਗੁਸਲ ਖਾਨਾ ਬਚਪਨ ਚ ਸਾਨੂੰ ਫਾਰਸੀ ਦਾ ਵਰਡ ਹੈ, ਗੁਸਲ ਕਰਦਨ ਬੂਦ। ਪੌੜੀ ਵਿੱਚ ਸਾਹਿਬ ਸਾਨੂੰ ਦੱਸਦੇ ਹਨ, ਤੁਰੇ ਪਲਾਣੇ ਪਾਉਣ ਵੇਗ, ਹਰ ਰੰਗੀ ਹਰਮ ਸਵਾਰਿਆ। ਹੁਣ ਉਸ ਨਸ਼ੇ ਦੀ ਗੱਲ ਕਰ ਰਹੇ ਹਨ ਗੁਰੂ, ਜਿਸ ਦੇ ਨਾਲ ਸਾਨੂੰ ਧੋਖਾ ਹੁੰਦਾ ਹੈ। ਉਹ ਨਸ਼ਾ ਜੋਬਨ ਦਾ ਹੈ, ਪਦਾਰਥ ਦਾ ਹੈ, ਜਿਹਦੇ ਵਿੱਚ ਅਸੀਂ ਜੀਵਨ ਵੇਚ ਜਾਂਦੇ ਹਾਂ। ਮੈਂ ਅੱਜ ਗੌਤਮ ਬੁੱਧ ਦੀ ਗੱਲ ਵਿਚਾਰਦਾ ਸੀ। ਕਿਸੇ ਨਾਲ ਗੱਲ ਛਿੜੀ। ਗੌਤਮ ਬੁੱਧ ਨੇ
बुढ़ापा देखिया, बीमारी देखी, मौत दे दर्शन कीते, मृत्यु दे दर्शन कीते। पार्थी नूं किहा तू इत्थे ही गड्डी रोक दे, अगर यह जीवन का अंत है तो जीवन हुणे ही खत्म है। मैनू फिर सत नूं लभना है, उस संत नूं लभना है जिहड़ा इस तो मैनू मुक्ति दवाए। अगर मेरा अंत यह है तो अज मेरे नाल हो ही गया, विच दे राह नाल मैं की लेना है। यही मैं समझना है। अगर मेरा अंत मृत्यु है, जिथे मेरी आइडेंटिटी खत्म हो जानी है, तो मेरी वो अज दी रियलिटी ऑलरेडी हो चुकी है। मैं उहदी उडीक विच समा खराब नहीं करना चाहता। यह शायद सानू ज्ञान हो जे, अवेकनिंग हो जे, तो जीवन बदल जे। जिहड़ा रोजमर्रा के जीवन विच मेरा पूरा पदार्थ विच एनर्जी खराब हो रही है, वो इतनी खराब शायद ना होए। मैं आप नाल गल नहीं कर रहा, मेरी अपनी गल भी है। क्योंकि असी कंडीशनस पा दिंदे हां अपने आप नाल कि यह हो जाएगा तो फिर शायद नाम जपांगे, पर वो सब धोखा है। मन शब्द मरे तां मुक्तो होवे, हर चरनी चित लाई। यह गल जिहड़ी है असी समझनी है। जीवन दे तत्त विच असी अपने आप नूं डिफाइन असी करना है। असी अगर रुक गए, उडीक विच कंडीशनस पाणियां शुरू कर दित्तियां, तां यह समा चुकदा जाएगा। यह मेरी भी गलती है, मैं आप नाल सिर्फ गल नहीं कर रहा। असी ज्ञान इस चीज नूं समझना है कि इस शरीर का अंत होना है और उसकी तैयारी मैं हुणे करनी है। आप तरे पितरी निस्तारे। गुरु जिहड़ी गल सानू हुण अगे दस रहे हैं, तुरे पलाणे पौण वेग, हर रंगी हरम सवारिया, कोठे मंडप माड़ियां, लाए बैठे कर पासारिया। अजकल असी गड्डियां विच सवारी करते हाँ। पुरातन समय विच घोड़े हुंदे सन। तो गुरु कहते हैं कि घोड़े हैं जिहड़े हवा नाल गल्लां करते हैं। जिस तरह अज फास्ट कार्स हैं, लग्जरी व्हीकल्स हैं, और गुरु कहता फिर उस घर विच हरम है जिहड़ी कई रंगां नाल सवारी है। हरम कई औरतां रखियां जांदियां हरम विच। तो उस समय की जिहड़ी सुपर लग्जरी लाइफ है, गुरु उहदी गल करते पे हैं। कोठे मंडप माड़ियां, लाए बैठे कर पासारिया। वड्डे कोठियां हैं जिन्हों असी कोठियां कहते हैं, उस वेले दे कोठे मंडप हैं वड्डे वड्डे, माड़ियां हैं, पवेलियन हैं, लाए बैठे कर पासारिया। उत्थे जींदे हैं, उत्थे पासारा फैलिया होया है, नौकर चाकर हैं, सब मीन्स हैं। एक तरह राजसी जीवन है। चीज करन मन भावदे, हर बूझन ना ही हारिया। जो जी करता है वो करते हैं, वो पदार्थ वरत लेंदे हैं, चाहे खाण वास्ते चाहे पहनण वास्ते। चीज करन मन भावदे। दरअसल मन भावदे का मतलब यह हुंदा है कि मैं ईगो नूं, हौमे नूं ताकतवर करन लगा हाँ। जो मेरा मन है मैं उस दे भाव दे हुक्म करदा हाँ, और वो निरंकार दे हुक्म तो टुटिया होया है। यही चीज सानू गुरु ने कुछ समा पहले समझाई सी। राह पीड़े अगे जावना, हुक्म किए मन भाव दे। चीज करन मन भाव दे, हर बूझन ना ही हारिया। हरि नूं बुझिया नहीं है महाराज, हार गया। ये मेरी रियलिटी तो नहीं किधरे।
ਗੁਰੂ ਔਰ ਸਿੱਖ ਦੇ ਮਿਲਣ ਦੀ ਚਾਬੀ ਇੱਥੇ ਹੀ ਫਸੀ ਹੈ। ਗੁਰੂ ਨਾਲ ਪ੍ਰੇਮ ਇਸ ਮ੍ਰਿਤਿੂ ਦੇ ਭੈ ਤੋਂ ਹੀ ਜਾਗਰਤ ਹੋਏਗਾ। ਗੁਰੂ ਕਹਿੰਦਾ ਹੈ ਕਿ ਸਭ ਕੁਝ ਹੁੰਦੇ ਹੋਏ ਵੀ ਸਭ ਕੁਝ ਹਾਰ ਚੁੱਕਿਆ ਹੈ ਇਨਸਾਨ ਹੈ। ਸਾਰੇ ਮੀਨਸ ਹਨ, ਪਰ ਇਹ ਜਦੋਂ ਜੀਵਨ ਜਾਏਗਾ ਤੇ ਸਭ ਕੁਝ ਹਾਰ ਕੇ ਜਾਏਗਾ। ਇਹ ਜੂਆ ਖੇਡ ਗਿਆ ਆਪਣਾ, ਔਰ ਇਹ ਜੂਆ ਜੀਵਨ ਦਾ ਖੇਡ ਗਿਆ। ਇਹਨੂੰ ਪਤਾ ਵੀ ਨਹੀਂ ਲੱਗਿਆ ਕੀ ਹੋਇਆ। ਕਰ ਫਰਮਾਇਸ਼ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਜੋ ਫਰਮਾਇਸ਼ ਹੋਈ, ਜੋ ਮੰਗਿਆ ਉਹ ਖਾ ਲਿਆ। ਜੋ ਅਸੀਂ ਅੱਜ ਕੱਲ ਕਰਦੇ ਹਾਂ ਜ਼ੋਮੈਟੋ ਤੇ, ਉਸ ਵੇਲੇ ਦਾ ਜ਼ੋਮੈਟੋ ਦੀ ਗੱਲ ਗੁਰੂ ਸਾਨੂੰ ਸਮਝਾ ਰਹੇ ਹਨ। ਜੋ ਫਰਮਾਇਸ਼ ਹੋਈ ਉਹ ਖਾ ਲਿਆ, ਜੋ ਮੰਗਿਆ ਉਹ ਚੀਜ਼ ਵਰਤ ਲਈ। ਆਪਣੇ ਘਰਾਂ ਵਿੱਚ ਸੁੱਖ ਦੇ ਵਿੱਚ ਰਹਿੰਦੇ ਹਾਂ, ਜੀਵਨ ਨੂੰ ਵੇਚ ਰਹੇ ਹਾਂ। ਜਰਾਈ ਜੋਬਨ ਹਾਰਿਆ। ਗੁਰੂ ਕਹਿੰਦੇ ਹਨ ਉਮਰ ਹੋ ਗਈ ਹੁਣ ਤਾਂ ਜੋਬਨ ਵੀ ਗਿਆ। ਜਿਸ ਚੀਜ਼ ਦਾ ਨਸ਼ਾ ਹੈ, ਪਦਾਰਥ ਦਾ ਨਸ਼ਾ ਹੈ, ਦੁਨੀਆ ਦਾ ਨਸ਼ਾ ਹੈ, ਜੋਬਨ ਦਾ ਵੀ ਨਸ਼ਾ ਹੈ। ਤਾਂ ਭਗਤ ਫਰੀਦ ਇੱਕ ਗੱਲ ਕਰਦੇ ਹਨ ਕਿ ਇਹ ਜੋਬਨ ਨੂੰ ਹਾਰਨਾ ਨਹੀਂ ਹੈ, ਜੋਬਨ ਦੇ ਵਿੱਚ ਸ਼ਕਤੀ ਲਗਾ ਦਿਓ ਭਗਤੀ ਦੀ। ਮਹਾਰਾਜ ਕਹਿੰਦੇ ਹਨ ਜਰ ਆਈ ਜੋਬਨ ਹਾਰਿਆ। ਉਮਰ ਹੋ ਗਈ ਹੁਣ, ਜੋਬਨ ਵੀ ਗਿਆ, ਜੀਵਨ ਵੀ ਹਾਰ ਗਏ। ਅਰਦਾਸ ਕਰੀਏ ਮਹਾਰਾਜ, ਨਾਮ ਦੇ ਵਿੱਚ ਲੀਨ ਹੋ ਕੇ ਇੱਕ ਮਨ ਦੀ ਲਹਿਰ ਚਲਾਈਏ। ਬਜ਼ੁਰਗ ਜਦੋਂ ਅਭਿਆਸ ਕਰਦੇ ਸਨ, ਉਹ ਲਾਈਟ ਬੁਝਾ ਕੇ ਕਰਦੇ ਸਨ। ਇਹ ਨਾ ਦਿਖੇ ਬਾਹਰ ਕੀ ਹੋ ਰਿਹਾ ਹੈ, ਕੌਣ ਆ ਰਿਹਾ ਹੈ, ਤਾਂ ਕਿ ਮੇਰੇ ਅੰਤਰ ਦੇ ਮਨ ਦੇ ਪ੍ਰਤੀਬਿੰਬ ਵਿੱਚ ਵਿਘਨ ਨਾ ਆਏ। ਮੈਂ ਅੰਦਰ ਜਾਣਾ ਹੈ। ਅਭਿਆਸ ਔਰ ਸਾਧਨਾ ਮਨ ਦੀ ਹੈ। ਮੈਂ ਅੰਤਰ ਜਾ ਕੇ ਮਨ ਨੂੰ ਨਿਰਮਲ ਕਰਨਾ ਹੈ, ਉਹਦੇ ਵਿੱਚ ਇੱਕ ਆਨੰਦ ਨੂੰ ਲੱਭਣਾ ਹੈ, ਗੁਰੂ ਨੂੰ ਮਿਲਣਾ ਹੈ, ਆਤਮਾ ਨੂੰ ਜਾਣਨਾ ਹੈ। ਇਹ ਸਭ ਅੰਤਰ ਦੀ ਖੇਡ ਹੈ। ਬਾਹਰਲਾ ਜੀਵਨ ਮੇਰੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ, ਦਸਮ ਗੁਰੂ ਸਾਹਿਬਾਨ ਇਸ ਸੱਚ ਦੇ ਵਪਾਰੀ ਹਨ। ਇਸ ਜੀਵਨ ਦੀ ਕੁੰਜੀ ਚਾਬੀ ਰੱਖਦੇ ਹਨ, ਔਰ ਸੁਰਤ ਔਰ ਸ਼ਬਦ ਦੀ ਇਸ ਖੇਡ ਦੇ ਵਿੱਚ ਇੱਕ ਧੁਨ ਸਾਡੇ ਅੰਤਰ ਵਸਦੀ ਹੈ। ਉਹ ਖੋਲਣ ਦੀ ਵਿਧੀ ਸਾਨੂੰ ਸਮਝਾਦੇ ਹਨ। ਜਪ ਮਨ ਸਤਨਾਮ ਸਦਾ ਸਤਨਾਮ। ਅੱਜ ਦੀ ਇਸ ਪੌੜੀ ਦਾ ਇਤਨਾ ਵਿਚਾਰ ਆਪ ਪ੍ਰਵਾਨ ਕਰੋ। ਮੇਰੀ ਗਲਤੀਆਂ ਖਿਮਾ ਕਰ ਦੇਣਾ, ਸੁਧਾਰ ਆਪ ਜਰੂਰ ਕਰਨਾ। ਆਪ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।